हाँ जी दोस्तों, स्वागत करते हैं ਤੁਹਾਡਾ ਸਾਡੇ YouTube ਚੈਨਲ ਲੈਂਡ ਆਫ ਡ੍ਰੀਮਸ 'ਤੇ। ਤਾਂ ਦੋਸਤੋ ਇੱਕ CDP ਦੇ ਨਾਲ ਇੰਪੋਰਟੈਂਟ ਵੀਡੀਓ ਲੈ ਕੇ ਆਇਆ। ਕੋਸ਼ਿਸ਼ ਕਰਾਂਗੇ ਥੋੜ੍ਹੇ ਸਮੇਂ ਦੇ ਵਿੱਚ ਜਿਹੜੀਆਂ ਵੀ CDP ਦੇ ਨਾਲ ਰਿਲੇਟਡ ਟਰਮਸ ਨੇ ਉਹਨਾਂ ਨੂੰ ਇੱਕ ਇੱਕ ਲਾਈਨ ਦੇ ਵਿੱਚ ਦੁਬਾਰਾ ਪੜ੍ਹਨ ਦੀ, ਤਾਂ ਕਿ ਜੋ ਕੁਝ ਹੁਣ ਤੱਕ ਪੜ੍ਹਿਆ ਥੋੜ੍ਹਾ ਸਾਡਾ ਦੁਬਾਰਾ ਰਿਮਾਈਂਡ ਹੋ ਜਾਵੇ। ਤਾਂ ਪਹਿਲੀ ਗੱਲ ਕਰਦੇ ਹਾਂ ਜੀ, ਜੀਨ ਪਿਆਜੇ ਜਿਨ੍ਹਾਂ ਨੇ ਕੋਗਨੈਟਿਵ ਡਿਵੈਲਪਮੈਂਟ ਦਾ ਸਿਧਾਂਤ ਦਿੱਤਾ ਹੈ। ਇੱਕ ਇੱਕ ਲਾਈਨ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ। ਤਾਂ ਜੀਨ ਪਿਆਜੇ ਨੇ ਕੋਗਨੈਟਿਵ ਡਿਵੈਲਪਮੈਂਟ ਦੀ ਥਿਊਰੀ ਦਿੱਤੀ ਸੀ ਜੀ, ਜਿਹਦੇ ਵਿੱਚ 4 ਸਟੇਜਾਂ ਦਿੱਤੀਆਂ ਸੀਗੀਆਂ ਉਹਨਾਂ ਨੇ। ਉਸ ਤੋਂ ਬਾਅਦ ਜੀਨ ਪਿਆਜੇ ਨੇ ਮੋਰਲ ਡਿਵੈਲਪਮੈਂਟ ਦੀ ਵੀ ਥਿਊਰੀ ਦਿੱਤੀ ਹੈ ਜੀ। ਬਰੂਨਰ ਜਿਨ੍ਹਾਂ ਨੇ ਸਕੈਫੋਲਡਿੰਗ ਦੀ ਗੱਲ ਕੀਤੀ ਸੀ, ਸਪਾਇਰਲ ਕਰੀਕੁਲਮ ਦੀ ਗੱਲ ਕੀਤੀ ਸੀ, ਤਾਂ ਉਹਨਾਂ ਨੇ ਵੀ ਕੋਗਨੈਟਿਵ ਡਿਵੈਲਪਮੈਂਟ ਨਾਲ ਰਿਲੇਟਡ ਥਿਊਰੀ ਦਿੱਤੀ ਹੈ ਜੀ। ਲਾਰੈਂਸ ਕੋਹਲਬਰਗ ਇਹਨਾਂ ਨੇ ਮੋਰਲ ਡਿਵੈਲਪਮੈਂਟ ਦੀ ਥਿਊਰੀ ਦਿੱਤੀ ਹੈ, ਜਿਹਦੇ ਵਿੱਚ 3 ਲੈਵਲ ਤੇ 6 ਸਟੇਜਸ ਸੀਗੀਆਂ। ਵਾਈਗੋਸਕੀ ਜਿਹੜੇ ਰਸੀਆ ਦੇ ਸੀ ਜੀ, ਇਹਨਾਂ ਨੇ ਸੋਸ਼ੀਓ ਕਲਚਰਲ ਡਿਵੈਲਪਮੈਂਟ ਦੀ ਥਿਊਰੀ ਦਿੱਤੀ ਹੈ, ਜਿਹੜੀ ZPD ਦੇ ਨਾਮ ਨਾਲ ਜਾਣੀ ਜਾਂਦੀ ਹੈ। ਐਰਿਕਸਨ 8 ਸਟੇਜਾਂ ਦਿੱਤੀਆਂ ਸੀ ਜੀ ਇਹਨਾਂ ਨੇ ਆਪਦੀ ਥਿਊਰੀ ਦੀਆਂ। ਸਾਈਕੋ ਸੋਸ਼ਲ ਡਿਵੈਲਪਮੈਂਟ ਥਿਊਰੀ ਇਹਨਾਂ ਦੀ ਜੀ। ਸਿਗਮੰਡ ਫਰੀਡ ਇਹਨਾਂ ਨੂੰ ਫਾਦਰ ਆਫ ਸਾਈਕੋ ਐਨਾਲਿਸਿਸ ਕਿਹਾ ਜਾਂਦਾ। ਇਹਨਾਂ ਨੇ ਸਾਈਕੋ ਸੈਕਸ਼ੂਅਲ ਸਟੇਜਸ ਆਫ ਡਿਵੈਲਪਮੈਂਟ ਦਿੱਤੀਆਂ ਸੀ ਜੀ। EL ਥੋਰਨਡਾਈਕ ਤਾਂ ਇਹਨਾਂ ਨੇ ਬੇਸਿਕਲੀ ਲਾਜ਼ ਆਫ ਲਰਨਿੰਗ ਦਿੱਤੇ ਨੇ। ਪ੍ਰਾਇਮਰੀ ਲਾਜ਼ ਹੈਗੇ ਨੇ, ਸੈਕੰਡਰੀ ਲਾਜ਼ ਹੈਗੇ ਨੇ। ਪ੍ਰਾਇਮਰੀ ਲਾਅ ਦੇ ਵਿੱਚ ਲਾਅ ਆਫ ਰੈਡੀਨੈਸ ਆ ਜਾਂਦਾ, ਲਾਅ ਆਫ ਇਫੈਕਟ ਆ ਜਾਂਦਾ, ਅਤੇ ਲਾਅ ਆਫ ਸੈਟਿਸਫੈਕਸ਼ਨ ਆ ਜਾਂਦਾ ਨਾ। ਤਾਂ ਲਾਅ ਆਫ ਜਿਹੜਾ ਰੈਡੀਨੈਸ ਹੈ, ਲਾਅ ਆਫ ਐਕਸਰਸਾਈਜ਼ ਹੈਗਾ, ਅਤੇ ਲਾਅ ਆਫ ਇਫੈਕਟ ਹੈਗਾ। ਲਾਅ ਆਫ ਰੈਡੀਨੈਸ ਕਹਿੰਦਾ ਇਹਨਾਂ ਦਾ ਕਿ ਤੁਸੀਂ ਜੇਕਰ ਕਿਸੇ ਕੰਮ ਨੂੰ ਕਰਨ ਲਈ ਮਾਨਸਿਕ ਤੌਰ 'ਤੇ ਤਿਆਰ ਹੋਵੋਗੇ ਤਾਂ ਹੀ ਤੁਸੀਂ ਉਸ ਕੰਮ ਨੂੰ ਕਰੋਗੇ। ਜਿਵੇਂ ਉਹ ਸਿੰਪਲ ਇਸ ਐਗਜ਼ਾਮਪਲ ਪਹਿਲਾਂ ਵੀ ਲਈ ਸੀ ਕਿ ਯੂ ਕੈਨ ਟੇਕ ਦਾ ਹਾਰਸ ਟੂ ਦਾ ਵਾਟਰ ਬਟ ਯੂ ਕਾਂਟ ਮੇਕ ਹਿਮ ਡਰਿੰਕ। ਤੁਸੀਂ ਘੋੜੇ ਨੂੰ ਖਿੱਚ ਕੇ ਪਾਣੀ ਤੱਕ ਲੈ ਕੇ ਜਾ ਸਕਦੇ ਹੋ, ਪਰ ਉਹਨੂੰ ਪਾਣੀ ਧੱਕੇ ਨਾਲ ਨਹੀਂ ਪਿਲਾ ਸਕਦੇ। ਸੇਮ ਇੱਕ ਸਟੂਡੈਂਟ ਨੂੰ ਉਦੋਂ ਹੀ ਸਿਖਾ ਸਕਦੇ ਹੋ ਜਦੋਂ ਉਹ ਸਿੱਖਣ ਦੇ ਲਈ ਤਿਆਰ ਹੋਏਗਾ। ਲਾਅ ਆਫ ਐਕਸਰਸਾਈਜ਼ ਦਿੱਤਾ ਜੀ। ਉਹਦੇ ਵਿੱਚ ਲਾਅ ਆਫ ਯੂਜ਼ ਅਤੇ ਡਿਸਯੂਜ਼ ਆਉਂਦੇ ਨੇ ਕਿ ਜੇਕਰ ਤੁਸੀਂ ਕਿਸੇ ਚੀਜ਼ ਦੀ ਪ੍ਰੈਕਟਿਸ ਕਰਦੇ ਹੋ ਤਾਂ ਤੁਸੀਂ ਉਹਨੂੰ ਰਿਮੈਂਬਰ ਰੱਖ ਸਕਦੇ ਹੋ, ਜੇ ਪ੍ਰੈਕਟਿਸ ਨਹੀਂ ਕਰਦੇ ਤਾਂ ਰਿਮੈਂਬਰ ਨਹੀਂ ਰਹੇਗੀ। ਲਾਅ ਆਫ ਇਫੈਕਟ ਕਿ ਕਿਸੇ ਚੀਜ਼ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਸਿੱਖਦੇ ਹੋ। ਸਿੰਪਲ ਐਗਜ਼ਾਮਪਲ ਇਹਦੇ 'ਚ ਦਿੱਤੀ ਜਾਂਦੀ ਹੈ ਜੀ ਕਿ ਜਦੋਂ ਤੁਸੀਂ ਗਰਮ ਤਵੇ ਨੂੰ ਹੱਥ ਲਾਉਂਦੇ ਹੋ ਤਾਂ ਤੁਹਾਡਾ ਹੱਥ ਜਲ ਜਾਂਦਾ ਅਤੇ ਦੁਬਾਰਾ ਤੁਸੀਂ ਇਹੋ ਜਿਹੀ ਗਲਤੀ ਨਹੀਂ ਕਰਦੇ, ਤਾਂ ਉਹ ਕੀ ਹੈ, ਲਾਅ ਆਫ ਇਫੈਕਟ ਤੋਂ ਸਿੱਖਣਾ। ਤਾਂ ਇਹਨਾਂ ਦੇ ਨਾਲ ਇਹਨਾਂ ਨੇ ਟਰਾਇਲ ਐਂਡ ਐਰਰ ਦੀ ਥਿਊਰੀ ਵੀ ਦਿੱਤੀ ਸੀ ਜੀ। ਅਤੇ ਇਸੇ ਥਿਊਰੀ ਤੋਂ BF ਸਕੈਨਰ ਨੇ ਓਪਰੈਂਟ ਕੰਡੀਸ਼ਨਿੰਗ ਥਿਊਰੀ ਸੀ ਜਿਹੜੀ ਡਿਵੈਲਪ ਕੀਤੀ ਸੀਗੀ। ਅਤੇ ਨਾਲ ਹੀ ਸਕੈਨਰ ਦੀ ਵੀ ਪਈ ਹੈ ਇੱਥੇ ਓਪਰੈਂਟ ਕੰਡੀਸ਼ਨਿੰਗ, ਇਹ ਥਿਊਰੀ ਇਹਨਾਂ ਤੋਂ ਹੀ ਡਿਵੈਲਪ ਕਰਕੇ ਦਿੱਤੀ ਸੀ। ਓਪਰੈਂਟ ਕੰਡੀਸ਼ਨਿੰਗ ਹੈ ਜਿਹੜੀ ਜੀ, ਇਹ ਲਰਨਿੰਗ ਦੀ ਥਿਊਰੀ ਹੈ। ਇਵਾਨ ਪੈਵਲੋ ਇਹਨਾਂ ਨੇ ਕਲਾਸੀਕਲ ਕੰਡੀਸ਼ਨਿੰਗ ਥਿਊਰੀ ਦਿੱਤੀ ਸੀ ਜੀ। ਇਹਨਾਂ ਦੀ ਥਿਊਰੀ ਹੈ ਜਿਹੜੀ ਇਵਾਨ ਪੈਵਲੋਵ ਨੇ, ਜਿਹੜੇ ਰਸ਼ੀਆ ਦੇ ਫਿਜ਼ੀਓਲੋਜਿਸਟ ਹੈਗੇ ਨੇ। ਤਾਂ ਇਹਨਾਂ ਨੇ ਕੁੱਤੇ ਦੇ ਉੱਪਰ ਐਕਸਪੈਰੀਮੈਂਟ ਸੀ ਜਿਹੜਾ ਕੀਤਾ ਸੀਗਾ। ਇਹਨੂੰ ਸਟਿਮੂਲਸ ਰਿਸਪੌਂਸ ਥਿਊਰੀ ਵੀ ਕਿਹਾ ਜਾਂਦਾ, ਅਤੇ ਇਹਨੂੰ ਰਿਸਪੌਂਸ ਸਟਿਮੂਲਸ ਥਿਊਰੀ ਕਿਹਾ ਜਾਂਦਾ ਹੈ ਨਾ। ਅੱਗੇ ਦੇਖ ਲਈਏ ਜੀ, JB ਵਾਟਸਨ ਜਿਨ੍ਹਾਂ ਨੂੰ ਬਿਹੇਵਰਿਜ਼ਮ ਦੇ ਫਾਦਰ ਕਿਹਾ ਜਾਂਦਾ ਹੈ ਅਮਰੀਕਾ ਦੇ, ਜਿਨ੍ਹਾਂ ਨੇ ਆਖਿਆ ਸੀਗਾ ਕਿ ਮੈਨੂੰ ਤੁਸੀਂ ਇੱਕ ਜਿਹੋ ਜਿਹਾ ਮਰਜ਼ੀ ਬੱਚਾ ਦਿਓ ਅਤੇ ਜੋ ਕੁਛ ਤੁਸੀਂ ਚਾਹੋਗੇ ਮੈਂ ਉਹਨੂੰ ਬਣਾ ਕੇ ਦੇ ਦੂੰਗਾ। ਤਾਂ ਇਹਨਾਂ ਨੇ ਕਿਹਾ ਸੀਗਾ ਕਿ ਜੀਨਸ ਨੇ ਜਿਹੜੇ ਹੈਰੀਡਿਟੀ ਉਹ ਮੈਟਰ ਨਹੀਂ ਕਰਦੀ, ਬੱਚੇ ਨੂੰ ਤੁਸੀਂ ਇਨਵਾਇਰਮੈਂਟ ਕਿਵੇਂ ਦਾ ਦਿਓਗੇ ਮੈਟਰ ਕਰਦਾ। ਤਾਂ ਇਹਨਾਂ ਨੇ ਕੰਡੀਸ਼ਨਿੰਗ ਥਿਊਰੀ ਦਿੱਤੀ ਹੈ ਜੀ। ਐਲਬਰਟ ਬੰਦਰਾ ਇਹਨਾਂ ਨੇ ਸੋਸ਼ਲ ਲਰਨਿੰਗ ਦੀ ਥਿਊਰੀ ਦਿੱਤੀ ਸੀ ਜੀ। ਤਾਂ ਇਹਨਾਂ ਦੇ ਨੂੰ ਮਾਡਲਿੰਗ ਵੀ ਕਿਹਾ ਜਾਂਦਾ ਇਹਨਾਂ ਦੀ ਥਿਊਰੀ ਨੂੰ, ਕਿ ਬੱਚਾ ਇਮੀਟੇਸ਼ਨ ਕਰਕੇ ਸਿੱਖਦਾ, ਦੇਖ ਕੇ ਸਿੱਖਦਾ। ਤਾਂ ਬੇਬੂ ਡੋਲ ਐਕਸਪੈਰੀਮੈਂਟਸ ਜਿਹੜਾ ਇਹਨਾਂ ਨੇ ਕੀਤਾ ਸੀ। ਐਲਫਰਡ ਬਿਨੇ ਜਿਨ੍ਹਾਂ ਨੇ G ਫੈਕਟਰ ਦੀ ਗੱਲ ਕੀਤੀ ਹੈ, 1 ਫੈਕਟਰ ਦੀ ਗੱਲ ਕੀਤੀ ਹੈ ਇੰਟੈਲੀਜੈਂਸੀ ਦੇ ਵਿੱਚ ਜੀ। ਸਪੀਅਰਮੈਨ ਜਿਨ੍ਹਾਂ ਨੇ 2 ਫੈਕਟਰ ਥਿਊਰੀ ਜਰਨਲ ਅਤੇ ਸਪੈਸੀਫਿਕ ਫੈਕਟਰ ਦੀ ਗੱਲ ਕੀਤੀ ਹੈ। ਸਟਰਨਬਰਗ ਜਿਨ੍ਹਾਂ ਨੇ ਟਰਾਈਆਰਕਿਕ ਥਿਊਰੀ ਦਿੱਤੀ ਹੈ ਜੀ, ਇਹਨੂੰ ਪ੍ਰੋਸੈਸ ਓਰੀਐਂਟਡ ਥਿਊਰੀ ਵੀ ਕਹਿੰਦੇ ਨੇ। ਹਾਵਰਟ ਗਾਰਡਨਰ ਇਹਨਾਂ ਨੇ ਮਲਟੀਪਲ ਇੰਟੈਲੀਜੈਂਸੀ ਥਿਊਰੀ ਦਾ ਸਿਧਾਂਤ ਦਿੱਤਾ ਸੀ। ਥਰਸਟਨ ਨੇ ਗਰੁੱਪ ਫੈਕਟਰ ਥਿਊਰੀ ਦਿੱਤੀ ਸੀ ਜੀ। ਅਤੇ ਇਹ ਗਰੁੱਪ ਫੈਕਟਰ ਇਹਨਾਂ ਨੇ ਆਖਿਆ ਸੀਗਾ ਕਿ ਸਾਰੇ ਇੰਡੀਪੈਂਡੈਂਟ ਨੇ ਆਪਸ ਦੇ ਵਿੱਚ। JP ਗਿਲਫੋਰਡ ਇਹਨਾਂ ਨੇ ਸਟਰਕਚਰ ਆਫ ਇੰਟਲੈਕਚੁਅਲ ਦਿੱਤਾ ਸੀ ਜੀ, SY ਵੀ ਕਹਿੰਦੇ ਨੇ, ਸਟਰਕਚਰ ਆਫ ਇੰਟਲੈਕਚੁਅਲ। ਗੈਗਨ ਨੇ ਲਰਨਿੰਗ ਡਿਵੈਲਪਮੈਂਟ ਦੀ ਥਿਊਰੀ ਦਿੱਤੀ ਹੈ ਜੀ। ਕੋਟਲੈਵਿਨ ਨੇ ਫੀਲਡ ਥਿਊਰੀ ਦਿੱਤੀ ਹੈ। ਅੱਗੇ ਦੇਖ ਲਈਏ ਜੀ, ਟੋਲਮੈਨ ਗੁਥਰੀ ਇਹਨਾਂ ਨੇ ਸਾਈਨ ਥਿਊਰੀ ਦਿੱਤੀ ਹੈ। ਹੈਪ ਨੇ ਨਿਊਰੋ ਸਾਈਕੋਲੋਜੀ ਥਿਊਰੀ ਦਿੱਤੀ ਹੈ ਜੀ। ਜੌਨਸਨ ਐਂਡ ਸਟਰਨ ਇਹਨਾਂ ਨੇ ਯੂਨੀਟਰੀ ਮੈਥਡ ਦਿੱਤਾ ਜੀ। PF ਬਰਨਨ ਇਹਨਾਂ ਨੇ ਹਾਇਰਾਰਕਲ ਥਿਊਰੀ ਦਿੱਤੀ ਸੀ ਜੀ, ਬਰਨਨ ਨੇ, ਇਹ ਵੀ ਇੰਟੈਲੀਜੈਂਸ ਦੀ ਥਿਊਰੀ ਸੀਗੀ। ਥੋਮਸਨ ਇਹਨਾਂ ਨੇ ਸੈਂਪਲਿੰਗ ਥਿਊਰੀ ਦਿੱਤੀ ਹੈ ਜੀ। ਅਬਰਾਹਮ ਮੈਸਲੋ ਇਹਨਾਂ ਨੇ ਮੋਟੀਵੇਸ਼ਨ ਦੀ ਵੀ ਥਿਊਰੀ ਹੈ, ਅਤੇ ਇਹਨਾਂ ਦੀ ਪਰਸਨੈਲਿਟੀ ਦੀ ਵੀ ਥਿਊਰੀ ਹੈਗੀ ਆ। ਹਾਇਰਾਰਕੀ ਆਫ ਨੀਡਸ ਜਿਹੜੀ ਕਿ ਸੈਲਫ ਐਕਚੁਲਾਈਜੇਸ਼ਨ ਤੱਕ ਜਾ ਕੇ ਮੁੱਕਦੀ ਹੈ। ਇੱਕ ਪਿਰਾਮਿਡ ਬੇਸਿਕਲੀ ਇਹਨਾਂ ਨੇ ਦਿੱਤਾ ਹੋਇਆ। ਕਾਰਲ ਯੰਗ ਦੀ ਗੱਲ ਕਰ ਲਈਏ ਜੀ, ਕਾਰਲ ਯੁੰਗ ਵੀ ਕਹਿੰਦੇ ਨੇ ਇਹਨਾਂ ਨੂੰ। ਤਾਂ ਇਹਨਾਂ ਨੇ ਇੰਟਰੋਵਰਟ ਐਂਡ ਐਕਸਟਰੋਵਰਟ ਪਰਸਨੈਲਿਟੀ ਟ੍ਰੇਟਸ ਦੀ ਗੱਲ ਕੀਤੀ ਹੈ।
ਗਾਰਡਨ ਐਲਪੋਰਟ ਇਹਨਾਂ ਨੂੰ ਫਾਦਰ ਆਫ ਟ੍ਰੇਡ ਥਿਊਰੀ ਬੋਲਿਆ ਜਾਂਦਾ ਜੀ। ਤਾਂ ਇਹਨਾਂ ਨੇ ਟ੍ਰੇਡਸ ਦੀ ਗੱਲ ਕੀਤੀ ਸੀ ਕਿ ਥਿਊਰੀ ਹੈ ਜਿਹੜੀ ਵੱਖੋ ਵੱਖਰੇ ਗੁਣਾਂ ਤੋਂ ਮਿਲ ਕੇ ਬਣਦੀ ਹੈ। ਵਿਲੀਅਮ ਸ਼ੈਲਡਨ, ਤਾਂ ਇਹ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਵੀ ਆਪਾਂ ਨੂੰ ਆਉਂਦਾ ਹੈ ਨਾ ਕਿ ਵਿਲੀਅਮ ਸ਼ੈਲਡਨ ਨੇ ਇੱਕ ਸਮੈਟੋਟਾਈਪ ਥਿਊਰੀ ਦਿੱਤੀ ਸੀ, ਜਿਹਦੇ ਵਿੱਚ ਇਹਨਾਂ ਨੇ ਤਸਵੀਰਾਂ ਦੇ ਆਧਾਰ 'ਤੇ ਪੂਰੀ ਜਨਰੇਸ਼ਨ ਨੂੰ 3 ਭਾਗਾਂ ਦੇ ਵਿੱਚ ਵੰਡਤਾ ਸੀ, ਐਂਡੋ, ਐਕਟੋ ਅਤੇ ਮੈਜ਼ੋ। ਕਲਾਰਕ ਹੱਲ ਨੇ ਮੋਟੀਵੇਸ਼ਨ ਦੀ ਥਿਊਰੀ ਦਿੱਤੀ ਸੀ, ਡਰਾਈਵ ਰਿਡਕਸ਼ਨ ਥਿਊਰੀ। ਹੈਰਮਨ ਐਬਿਨਗਾਸ, ਇਹਨਾਂ ਨੇ ਟੈਸਟਡ ਮੈਮਰੀ ਐਂਡ ਲਰਨਿੰਗ ਹੈਬਿਟਸ ਦੀ ਗੱਲ ਕੀਤੀ ਹੈ ਜੀ। ਫਾਦਰ ਆਫ ਸਾਈਕੋਲੋਜੀ ਵਿਲੀਅਮ ਵੰਟ ਨੂੰ ਕਿਹਾ ਜਾਂਦਾ ਜੀ। ਇਹਨਾਂ ਨੇ ਪਹਿਲੀ ਸਾਈਕੋਲੋਜੀ ਦੀ ਲੈਬ ਹੈ ਜਿਹੜੀ ਉਹ ਇਸਟੈਬਲਿਸ਼ ਕੀਤੀ ਸੀਗੀ। ਅੱਗੇ ਦੇਖ ਲਏ ਜੀ, ਇਹਨਾਂ ਨੂੰ ਫਾਦਰ ਆਫ ਐਕਸਪੈਰੀਮੈਂਟਲ ਸਾਈਕੋਲੋਜੀ ਵੀ ਆਖਿਆ ਜਾਂਦਾ, ਕਿਉਂਕਿ ਪਹਿਲਾਂ ਜਿਹੜੇ ਲੈਬ ਦੇ ਵਿੱਚ ਐਕਸਪੈਰੀਮੈਂਟ ਕਰਨੇ ਇਹਨਾਂ ਨੇ ਸ਼ੁਰੂ ਕੀਤੇ ਸੀਗੇ। ਇਹਨਾਂ ਨੂੰ ਫਾਦਰ ਆਫ ਮਾਡਰਨ ਸਾਈਕੋਲੋਜੀ ਵੀ ਆਖਿਆ ਜਾਂਦਾ ਜੀ। ਤਾਂ ਫਾਦਰ ਆਫ ਐਜੂਕੇਸ਼ਨਲ ਸਾਈਕੋਲੋਜੀ ਹੈ ਜਿਹੜਾ ਉਹ ਐਡਵਰਡ ਲੀ ਥੋਰਨਡਾਈਕ, ਜਿਹੜਾ EL ਥੋਰਨਡਾਈਕ ਹੈ, ਉਹਨਾਂ ਨੂੰ ਆਖਿਆ ਜਾਂਦਾ ਜੀ। ਸੋਸ਼ਲ ਸਾਈਕੋਲੋਜੀ ਦੇ ਫਾਦਰ ਕੋਟਲੈਵੇ ਨੂੰ ਆਖਿਆ ਜਾਂਦਾ ਜੀ। ਚਾਈਲਡ ਸਾਈਕੋਲੋਜੀ ਦੇ ਫਾਦਰ ਜੀਨ ਪਿਆਜੇ ਨੂੰ ਆਖਿਆ ਜਾਂਦਾ ਜੀ। ਫਾਦਰ ਆਫ ਕੋਗਨੈਟਿਵ ਸਾਈਕੋਲੋਜੀ ਹੈ ਜਿਹੜਾ ਇਹ ਡਿਕ ਨੇਜ਼ਰ ਨੂੰ ਆਖਿਆ ਜਾਂਦਾ। ਅੱਗੇ ਦੇਖ ਲਈ ਜੀ, ਜੀਨ ਪਿਆਜੇ ਨੇ ਜਿਹੜੀ ਥਿਊਰੀ ਦਿੱਤੀ ਸੀ ਕੋਗਨੈਟਿਵ ਡਿਵੈਲਪਮੈਂਟ ਦੀ 4 ਸਟੇਜਾਂ ਦਿੱਤੀਆਂ ਸੀ ਜੀ ਉਹਨਾਂ ਦੇ ਵਿੱਚ। ਉਸ ਤੋਂ ਬਾਅਦ ਦੇਖ ਲਈ ਲਾ ਆਫ ਲਰਨਿੰਗ ਕਿਹਨੇ ਦਿੱਤਾ ਸੀ ਜੀ, ਥੋਰਨਡਾਈਕ ਨੇ ਦਿੱਤਾ ਸੀਗਾ। ਪਹਿਲਾ ਇੰਟੈਲੀਜੈਂਸ ਟੈਸਟ ਕਿਹਨੇ ਬਣਾਇਆ ਜੀ, ਐਲਫਰਡ ਬਿਨੇ ਨੇ ਬਣਾਇਆ ਸੀਗਾ। ਸਭ ਤੋਂ ਪਹਿਲਾਂ ਬੁੱਧੀ ਪ੍ਰੀਖਣ ਕਿਸ ਨੇ ਕੀਤਾ ਸੀਗਾ ਜੀ, ਸਭ ਤੋਂ ਪਹਿਲਾਂ ਜਿਹੜਾ ਬੁੱਧੀ ਪ੍ਰੀਖਣ ਹੈ ਜੀ ਉਹ ਕਿਹਨਾਂ ਨੇ ਕੀਤਾ ਸੀਗਾ, ਇਹ ਬੀਨੋ ਨੇ ਕੀਤਾ ਸੀ ਜੀ। ਜੀ ਫੈਕਟਰ ਥਿਊਰੀ ਹੈ ਜਿਹੜੀ ਜਨਰਲ ਅਤੇ ਸਪੈਸੀਫਿਕ ਫੈਕਟਰ 2 ਇਹ ਸਪੀਅਰਮੈਨ ਨੇ ਦਿੱਤੀ ਸੀ। ਜੀ ਫੈਕਟਰ ਹੈ ਜਿਹੜਾ ਇਹ ਵੀ ਸਪੀਅਰਮੈਨ ਨੇ ਦਿੱਤਾ, ਅਤੇ ਇਕੱਲਾ ਜੀ ਫੈਕਟਰ ਸੀਗਾ ਜਿਹੜਾ ਉਹ ਦਿੱਤਾ ਸੀਗਾ ਜੀ ਸਾਡਾ ਐਲਫਰਡ ਬਿਨੇ ਨੇ। ਉਸ ਤੋਂ ਬਾਅਦ ਫਾਦਰ ਆਫ ਸਾਈਕੋਲੋਜੀ ਦੀ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਅਸੀਂ ਜੀ। ਬਾਇਗੋਸਕੀ ਨੇ ਜਿਹੜਾ ਕਨਸੈਪਟ ਦਿੱਤਾ ਸੀ ਉਹ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦਾ ਦਿੱਤਾ ਸੀਗਾ ਜੀ। ਬਾਇਗੋਸਕੀ ਸੀ ਜਿਹੜੇ ਬੇਸਿਕਲੀ ਰਸ਼ੀਆ ਦੇ ਸੀਗੇ। ਐਜੂਕੇਸ਼ਨਲ ਸਾਈਕੋਲੋਜੀ ਦੇ ਫਾਦਰ ਪਹਿਲਾਂ ਹੀ ਗੱਲ ਕਰ ਲਈ ਅਸੀਂ ਨੇ, ਥੋਰਨਡਾਈਕ ਹੈਗੇ ਨੇ। ਅਮੈਰੀਕਨ ਸਾਈਕੋਲੋਜੀ ਦੇ ਫਾਦਰ ਮੰਨਿਆ ਜਾਂਦਾ ਜੀ ਵਿਲੀਅਮ ਜੇਮਸ ਨੂੰ। ਫਾਦਰ ਆਫ ਸਾਈਕੋ ਐਨਾਲਿਸਿਸ ਮੰਨਿਆ ਜਾਂਦਾ ਜੀ ਸਿਗਮੰਡ ਫਰੀਡ ਨੂੰ ਕਿਹਾ ਜਾਂਦਾ। ਸਾਈਕੋ ਐਨਾਲਾਈਸਿਸ ਨਾਂ ਦੀ ਇਹਨਾਂ ਨੇ ਇੱਕ ਕਿਤਾਬ ਵੀ ਲਿਖੀ ਸੀਗੀ। ਬਿਹੇਵਰਿਜ਼ਮ ਦੇ ਫਾਦਰ ਬਾਰਟਸਨ ਨੂੰ ਆਖਿਆ ਜਾਂਦਾ, ਪਹਿਲਾਂ ਗੱਲ ਕਰ ਚੁੱਕੇ ਹਾਂ ਜੀ, ਜਿਨ੍ਹਾਂ ਨੇ ਆਖਿਆ ਸੀ ਕਿ ਇੱਕ ਬੱਚਾ ਉਦੋਂ ਜਿਹੜਾ ਕੁਝ ਤੁਸੀਂ ਬਣਾਉਣ ਨੂੰ ਕਹੋਗੇ ਮੈਂ ਉਹਨੂੰ ਬਣਾ ਕੇ ਦੇ ਦੂੰਗਾ। ਪਹਿਲਾ ਅਡਲਟ ਇੰਟੈਲੀਜੈਂਸ ਟੈਸਟ ਸੀ ਜਿਹੜਾ ਉਹ ਬੈਚਲਰ ਨੇ ਜਿਹੜਾ ਕਿ ਵਿਕਸਿਤ ਕੀਤਾ ਸੀਗਾ ਜੀ। ਹੈਰੀਡਿਟੀ ਰੇਸ਼ੀਓ ਦੀ ਗੱਲ ਜਿਹੜੀ ਕੀਤੀ ਸੀ ਜੀ ਇਹ ਜੈਨਸਨ ਨੇ ਕੀਤੀ ਸੀਗੀ। ਪੈਵਲੋ ਨੇ ਐਕਸਪੈਰੀਮੈਂਟ ਜਿਹੜਾ ਆਪਣਾ ਉਹ ਕੁੱਤਿਆਂ ਦੇ ਉੱਪਰ ਕੀਤਾ ਸੀਗਾ ਜੀ ਥਿਊਰੀ ਦੇ ਵਿੱਚ। ਸਾਈਕੋਸੈਕਸ਼ੂਅਲ ਜਿਹੜਾ ਕਨਸੈਪਟ ਹੈਗਾ, ਸਾਈਕੋਸੈਕਸ਼ੂਅਲ ਸਟੇਜਸ ਜਿਹੜੀਆਂ ਡਿਵੈਲਪਮੈਂਟ ਦੀਆਂ ਦਿੱਤੀਆਂ ਸੀ ਜੀ ਇਹ ਸਿਗਮੰਡ ਫਰੀਡ ਨੇ ਦਿੱਤੀਆਂ ਸੀਗੀਆਂ। ਪਹਿਲਾ ਇੰਟੈਲੀਜੈਂਸੀ ਟੈਸਟ ਐਲਫਰਡ ਬਿਨੇ ਨੇ ਬਣਾਇਆ ਸੀ, ਅਤੇ ਉਹਦੇ ਨਾਲ ਹੈਗੇ ਸੀ ਥਿਓਡੋਰ ਸਾਈਮਨ, ਇਹਨਾਂ ਦੋਨਾਂ ਨੇ ਮਿਲ ਕੇ ਬਣਾਇਆ ਸੀਗਾ ਜੀ। ਫਾਦਰ ਆਫ ਫੰਕਸ਼ਨਲਿਜ਼ਮ ਕਿਹਾ ਜਾਂਦਾ ਜੀ ਵਿਲੀਅਮ ਜੇਮਸ ਨੂੰ। ਤਾਂ ਪਹਿਲਾਂ ਗੱਲ ਕਰਕੇ ਗਿਆ ਵਿਲੀਅਮ ਜੇਮਸ, ਜਿਨ੍ਹਾਂ ਨੂੰ ਫਾਦਰ ਆਫ ਅਮੈਰੀਕਨ ਸਾਈਕੋਲੋਜੀ ਕਿਹਾ ਜਾਂਦਾ। ਅੱਗੇ ਦੇਖ ਲਈਏ ਜੀ, ਕਿਹਨੇ ਆਖਿਆ ਸੀਗਾ ਕਿ ਸਾਈਕੋਲੋਜੀ ਜਾਂ ਸਾਇੰਸ ਆਫ ਦਾ ਸਟੱਡਿੰਗ ਸੋਲ ਨੂੰ ਸਟੱਡੀ ਕਰਨ ਦੀ ਸਾਇੰਸ ਹੈਗੀ ਹੈ ਸਾਈਕੋਲੋਜੀ। ਐਰਿਸਟੋਟਲ, ਪਲੇਟੋ ਅਤੇ ਡੈਸਕਾਰਟ ਨੇ। ਅੱਗੇ ਆ ਗਿਆ ਜੀ, ਕਿਹਨੇ ਕਿਹਾ ਸੀ ਕਿ ਮਨੋਵਿਗਿਆਨ ਆਤਮਾ ਦਾ ਅਧਿਐਨ ਹੈ, ਐਰਿਸਟੋਟਲ, ਪਲੇਟੋ ਅਤੇ ਡੈਕਾਰਟ ਨੇ ਆਖਿਆ ਸੀਗਾ ਜੀ। ਹੂ ਗੇਵ ਗਰੁੱਪ ਫੈਕਟਰ ਥਿਊਰੀ, ਥਰਸਟਨ ਨੇ ਦਿੱਤੀ ਸੀ ਜੀ। ਗਿਲਫਰਡ ਦੀ ਥਿਊਰੀ ਹੈਗੀ ਸੀ 3 ਡਾਇਮੈਂਸ਼ਨਲ ਥਿਊਰੀ, ਜਿਹਦੇ ਵਿੱਚ ਉਹਨਾਂ ਨੇ ਅੱਗੇ 6-5 ਫੈਕਟਰ ਦਿੱਤੇ ਸੀਗੇ। ਤ੍ਰੈ ਪੱਖੀ ਸਿਧਾਂਤ ਵੀ ਨੂੰ ਆਖਿਆ ਜਾਂਦਾ ਹੈ। ਕਿਹਨੇ ਆਖਿਆ ਸੀਗਾ ਜੀ ਕਿ ਸਾਈਕੋਲੋਜੀ ਜਾਂ ਸਾਇੰਸ ਆਫ ਮਾਈਂਡ, ਤਾਂ ਇਹ ਪੰਪੋਲੋਜੀ ਨੇ ਆਖਿਆ ਸੀਗਾ ਜੀ। ਜਿਹੜਾ ਇੱਕ ਗਿਫਟਡ ਚਾਈਲਡ ਹੁੰਦਾ ਉਹਦਾ IQ ਹੈ ਜਿਹੜਾ ਮੋਸਟਲੀ ਉਹ ਹਾਈ ਹੁੰਦਾ ਜੀ। ਲਗਭਗ ਜਿਹੜੇ 115 IQ ਤੋਂ ਉੱਪਰ ਵਾਲੇ ਬੱਚੇ ਹੁੰਦੇ ਨੇ ਉਹਨਾਂ ਨੂੰ ਗਿਫਟਡ ਦੀ ਕੈਟਾਗਰੀ 'ਚ ਰੱਖ ਲਿਆ ਜਾਂਦਾ। ਸਵਾਮੀ ਵਿਵੇਕਾਨੰਦ ਨੇ ਆਖਿਆ ਸੀਗਾ ਜੀ ਮੈਨ ਮੇਕਿੰਗ ਐਜੂਕੇਸ਼ਨ ਦੀ ਗੱਲ ਕੀਤੀ ਉਹਨਾਂ ਨੇ। ਪ੍ਰੈਗਮੈਟਿਜ਼ਮ, ਫਾਦਰ ਆਫ ਪ੍ਰੈਗਮੈਟਿਜ਼ਮ ਯਾਨੀ ਕਿ ਲਰਨਿੰਗ ਬਾਈ ਡੂਇੰਗ ਦੀ ਗੱਲ ਕਿਹਨਾਂ ਨੇ ਕੀਤੀ ਹੈ ਜੀ, ਜੌਨ ਡੇਵੇ ਨੇ ਕੀਤੀ ਹੈ। ਕਿਤਾਬ ਹੈ ਜੀ ਦਾ ਡਿਸਕਵਰੀ ਆਫ ਦ ਚਾਈਲਡ, ਇਹ ਕਿਤਾਬ ਲਿਖੀ ਹੈ ਮਾਰੀਆ ਮੋਂਟੈਂਸਰੀ ਨੇ। ਸਾਈਕੋਲੋਜੀ ਆਫ ਇੰਡੀਵਿਜੂਅਲ ਡਿਫਰੈਂਸ ਗਿਵਨ ਬਾਈ ਗੈਲਟਨ ਨੇ ਦਿੱਤੇ ਸੀਗੇ ਜੀ। NCERT ਹੈਜ਼ ਅ ਬਿਊਰੋ ਆਫ ਸਾਈਕੋਲੋਜੀਕਲ ਟੈਸਟਿੰਗ। ਇੱਕ ਇਨਫੈਂਟ ਜਿਹੜਾ ਬੱਚਾ ਜੰਮਦਾ ਉਹਦੇ 'ਚ 270 ਹੱਡੀਆਂ ਹੁੰਦੀਆਂ ਅਤੇ ਬੇਸਿਕਲੀ ਹੱਡੀਆਂ ਨੇ ਉਹਨੂੰ ਕਾਰਟੀਲੇਜੀ ਬੋਲਿਆ ਜਾਂਦਾ। ਹੈਰੀਡਿਟੀ ਦੀ ਯੂਨਿਟ ਕੀ ਹੈਗੀ ਹੈ ਜੀ, ਜੀਨ ਹੈਗੀ ਹੈ। ਸਕੀਮਾ ਕੀ ਹੁੰਦਾ ਜੀ, ਔਰਗਨਾਈਜ਼ਡ ਪੈਕਡ ਆਫ ਇਨਫੋਰਮੇਸ਼ਨ ਸਟੋਰਡ ਇਨ ਲੌਂਗ ਟਰਮ ਮੈਮਰੀ। ਤਾਂ ਸਕੀਮਾਸ ਕੀ ਨੇ, ਸਾਡੇ ਦਿਮਾਗ ਦੇ ਵਿੱਚ ਬਣੇ ਹੋਏ ਖਾਕੇ ਜਿਨ੍ਹਾਂ ਦੇ ਵਿੱਚ ਵੱਖੋ ਵੱਖਰੇ ਤਰ੍ਹਾਂ ਦੀ ਮੈਮਰੀ ਹੈ ਜਿਹੜੀ ਉਹ ਲੌਂਗ ਟਰਮ ਮੈਮਰੀ ਸਟੋਰ ਰਹਿੰਦੀ ਹੈ।
ਪਿਆਜੇ ਦੀ ਅਪਰੋਚ ਨੂੰ ਕੀ ਕਿਹਾ ਜਾਂਦਾ ਜੀ? ਇਹਨੂੰ ਬੋਲਿਆ ਜਾਂਦਾ ਜੈਨੇਟਿਕ ਐਪਿਸਟਮੋਲੋਜੀ। ਡਰਾਈਵ ਰਿਡਕਸ਼ਨ ਥਿਊਰੀ ਕਿਹਨੇ ਦਿੱਤੀ ਸੀ ਜੀ? ਕਲਾਰਕ ਹੱਲ ਨੇ ਦਿੱਤੀ ਸੀ। ਸਟੈਂਡ ਫॉर ਸਕੋਲੈਸਟਿਕ ਐਪਟੀਟਿਊਡ ਟੈਸਟ, ਸੈਟ ਦੀ ਫੁੱਲ ਫਾਰਮ ਹੈਗੀ ਹੈ ਜੀ। ਟਰੈਡੀਸ਼ਨਲ ਆਈਕਿਊ ਟੈਸਟ ਹੈਗਾ ਅਤੇ ਇਹ ਕਨਵਰਜੈਂਟ ਥਿੰਕਿੰਗ ਦੀ ਗੱਲ ਕਰਦਾ। ਲੁਕਿੰਗ ਗਲਾਸ ਸੈਲਫ ਥਿਊਰੀ ਹੈ ਜਿਹੜੀ, ਇਹ C.H. ਕੂਲੀ ਨੇ ਦਿੱਤੀ ਸੀ ਜੀ। ਹਿਊਰਿਸਟਿਕ ਮੈਥਡ ਆ ਜਿਹੜਾ, ਇਹ ਆਰਮਸਟਰੋਂਗ ਨੇ ਦਿੱਤਾ ਸੀਗਾ। ਜਰਨਲ ਇੰਟੈਲੀਜੈਂਸ ਦਾ ਆਈਡੀਆ ਜਿਹੜਾ ਦਿੱਤਾ ਸੀਗਾ ਜੀ, ਉਹ ਚਾਰਲਸ ਸਪੀਅਰਮੈਨ ਨੇ ਦਿੱਤਾ ਸੀਗਾ। ਮਲਟੀਪਲ ਇੰਟੈਲੀਜੈਂਸ ਦੀ ਗੱਲ ਕਿਹਨੇ ਕੀਤੀ ਸੀ ਜੀ? ਹਾਵਰਡ ਗਾਰਡਨਰ ਨੇ ਕੀਤੀ ਸੀਗੀ। ਹੈਰੀਡਿਟਰੀ ਜੀਨੀਅਸ ਕਿਤਾਬ ਕਿਹਨੇ ਲਿਖੀ ਹੈ ਜੀ? ਫਰੈਂਸਿਸ ਗੈਲਟਨ ਨੇ ਲਿਖੀ ਹੈ ਜੀ। ਆਈ ਮੀ ਥਿਊਰੀ ਐਂਡ ਸਿੰਬੋਲਿਕ ਇੰਟਰੈਕਸ਼ਨ ਥਿਊਰੀ ਕਿਹਨੇ ਦਿੱਤੀ ਹੈ ਜੀ? ਇਹ G.H. ਮੈਡ ਨੇ ਦਿੱਤੀ ਹੈ। ਅੱਗੇ ਗੱਲ ਕਰਦੇ ਹਾਂ ਜੀ, ਮਲਟੀਪਲ ਇੰਟੈਲੀਜੈਂਸ ਦੀ ਗੱਲ ਗਾਰਡਨਰ ਨੇ ਵੀ ਕੀਤੀ ਹੈ। ਲੁਕਿੰਗ ਗਲਾਸ ਸੈਲਫ ਥਿਊਰੀ ਦੇ C.H. ਕੂਲੀ ਨੇ ਦਿੱਤੀ ਹੈ। ਪਲੇਵੇ ਮੈਥਡ ਆ ਜਿਹੜਾ ਜੀ, ਇਹ ਹੈਨਰੀ ਕੈਲਡਵੈਲ ਕੁੱਕ ਨੇ ਬਣਾਇਆ ਜੀ। ਰੋਰਸਕਚ ਟੈਸਟ ਹੈ ਜਿਹੜਾ, ਇਹ ਹੈਰਮਨ ਰੋਰਸਕਚ ਨੇ ਬਣਾਇਆ ਅਤੇ ਇਹਦੇ ਉੱਪਰ ਇੱਕ ਫਿਲਮ ਵੀ ਜਿਹੜੀ ਬਣੀ ਹੋਈ ਹੈ, ਹਿੰਦੀ ਦੇਖ ਸਕਦੇ ਹੋ। ਰੀਡਿੰਗ ਡਿਸਏਬਿਲਿਟੀ ਡਾਇਸਲੈਕਸੀਆ ਹੈਗੀ ਹੈ ਜੀ। ਔਰਲ ਲਰਨਿੰਗ ਡਿਸਏਬਿਲਿਟੀ ਅਫੈਸੀਆ ਹੈਗੀ ਹੈ। ਪਹਿਲੀ ਵਾਰ ਲਰਨਿੰਗ ਡਿਸਏਬਿਲਿਟੀ ਕਿਹਨੇ ਵਰਡ ਯੂਜ਼ ਕੀਤਾ ਜੀ? ਕ੍ਰਿਕ ਨੇ ਯੂਜ਼ ਕੀਤਾ। ਇਨਫੀਰੀਅਰ ਕੰਪਲੈਕਸ ਦੀ ਗੱਲ ਕਿਹਨੇ ਕੀਤੀ ਹੈ ਜੀ? ਐਡਲਰ ਨੇ ਕੀਤੀ ਹੈ। ਕਿੰਡਰਗਾਰਟਨ ਸਕੂਲ ਕਿੰਨਾਂ ਨੇ ਖੋਲ੍ਹੇ ਸੀ ਜੀ? ਜਰਮਨ ਦੇ ਸੀਗੇ ਫਰਾਈਡਰਿਚ ਫਰੋਬਲ। ਪਲੇਵੇ ਮੈਥਡ ਆ ਜਿਹੜਾ, ਉਹ ਵੀ ਇਹਨਾਂ ਨੇ ਸਟਾਰਟ ਕੀਤਾ ਸੀਗਾ। ਥੋਰਨਡਾਈਕ ਕੰਡਕਟਡ ਹਿਜ਼ ਐਕਸਪੈਰੀਮੈਂਟ। ਥੋਰਨਡਾਈਕ ਨੇ ਆਪਣੇ ਜਿਹੜੇ ਐਕਸਪੈਰੀਮੈਂਟ ਸੀਗੇ ਜੀ, ਉਹ ਕਿਹਦੇ 'ਤੇ ਕੰਡਕਟ ਕੀਤੇ ਸੀਗੇ? ਤਾਂ ਉਹ ਕੰਡਕਟ ਕੀਤੇ ਸੀਗੇ ਇਹਨਾਂ ਨੇ ਕੈਟਸ ਦੇ ਉੱਪਰ। ਡੈਲਟਨ ਮੈਥਡ ਆ ਜਿਹੜਾ, ਇਹ ਕਿਹਨਾਂ ਨੇ ਦਿੱਤਾ ਸੀ ਜੀ? ਹੈਲਨ ਪਾਰਕਸ ਨੇ ਦਿੱਤਾ ਸੀਗਾ। ਥੋਰਨਡਾਈਕ ਨੇ ਸਟੱਡੀ ਕੀਤੀ ਸੀ ਇਨਸੀਡੈਂਟਲ ਲਰਨਿੰਗ ਦੀ। ਟੀਚਿੰਗ ਮੈਥਡ ਆਫ ਬੇਨੇਟਿਕਾ ਕਾਰਲਟਨ ਵਾਸ਼ਵਰ ਨੇ ਦਿੱਤਾ ਸੀ ਜੀ। ਸਕਿਨਰ ਬਾਕਸ ਜਿਹੜਾ ਵਰਤਿਆ ਗਿਆ ਸੀ ਇਨਸੀਡੈਂਟਲ ਲਰਨਿੰਗ ਦੇ ਲਈ ਵਰਤਿਆ ਗਿਆ ਸੀ। ਲਾਅ ਆਫ ਇਫੈਕਟ ਵਾਸ ਡਿਵੈਲਪਡ ਬਾਏ ਥੋਰਨਡਾਈਕ ਨੇ ਡਿਵੈਲਪ ਕੀਤਾ ਸੀਗਾ ਜੀ। ਪ੍ਰੋਜੈਕਟ ਮੈਥਡ ਕਿਹਨੇ ਡਿਵੈਲਪ ਕੀਤਾ ਜੀ? ਕਿਲਪੈਟਰਿਕ ਨੇ ਡਿਵੈਲਪ ਕੀਤਾ ਸੀ। ਐਕਸਪੈਕਟੈਂਸੀ ਥਿਊਰੀ ਮੋਟੀਵੇਸ਼ਨ ਦੀ ਦੇ ਨਾਲ ਸੰਬੰਧਿਤ ਹੈ ਜੀ। ਬਿਯੋਂਡ ਫਰੀਡਮ ਐਂਡ ਡਿਗਨਿਟੀ ਇਹ ਕਿਤਾਬ ਲਿਖੀ ਸੀ ਸਕੈਨਰ ਨੇ ਜੀ। ਪਲੇ ਐਂਡ ਡਰਾਮਾ ਮੈਥਡ ਆ ਜਿਹੜਾ, ਇਹ ਮੋਰੀਨੋ ਨੇ ਦਿੱਤਾ ਸੀਗਾ। ਜੌਨ ਡੇਵੇ ਨੂੰ ਫਾਦਰ ਆਫ ਪ੍ਰੈਗਮੈਟਿਜ਼ਮ ਕਿਹਾ ਜਾਂਦਾ। ਅੱਗੇ ਸਾਈਕੋ ਐਨਾਲਾਈਸਿਸ ਦੀ ਗੱਲ ਕਰ ਲਈਏ ਜੀ, ਇਹ ਫਾਊਂਡ ਕੀਤੀ ਸੀ ਫਰੂਡ ਨੇ। ਕੁਐਸਚਨ ਆਨਸਰ ਮੈਥਡ ਜਿਹੜਾ, ਇਹ ਸੋਕਰੀਟਸ ਨੇ ਦਿੱਤਾ ਸੀ। ਅੱਗੇ ਜੀ ਐਕਟ ਆਫ ਟੀਚਿੰਗ ਔਰ ਟ੍ਰੇਨਿੰਗ, ਇਹਦਾ ਮਤਲਬ ਐਜੂਕੇਅਰ ਹੁੰਦਾ। ਐਜੂਕੇਅਰ ਆ ਜਿਹੜਾ ਵਰਡ, ਬੇਸਿਕਲੀ ਐਜੂਕੇਸ਼ਨ ਦਾ ਰੂਟਡ ਵਰਡ ਹੈਗਾ ਇਹ। ਸਾਈਕੋ ਐਨਾਲਿਸਿਸ ਥਿਊਰੀ ਸਿਗਮੰਡ ਫਰੂਡ ਦੀ ਦਿੱਤੀ ਹੋਈ ਹੈ। ਬਿਹੇਵਰਿਜ਼ਮ ਦਾ ਜਿਹੜਾ ਫਾਊਂਡਰ ਹੈਗਾ, ਬੇਸਿਕਲੀ ਬਿਹੇਵਰਿਜ਼ਮ ਦਾ ਹੈਗਾ ਜੀ ਵਾਟਸਨ, ਇੱਥੇ ਗਲਤ ਲਿਖਿਆ ਗਿਆ ਹੋਣਾ। ਇਹ ਹੈਗੇ ਨੇ ਸਟਰਕਚਰਲਿਜ਼ਮ ਦੇ ਫਾਊਂਡਰ। ਲੈਕਚਰ ਮੈਥਡ ਆ ਜਿਹੜਾ, ਇਹ ਐਰਿਸਟੋਟਲ ਨੇ ਦਿੱਤਾ ਹੈ। ਇਸ ਤੋਂ ਬਿਨਾਂ ਨੇ ਇੰਡਕਟਿਵ ਡਿਡਕਟਿਵ ਥਿਊਰੀ ਦੀ ਗੱਲ ਕੀਤੀ ਹੈ। ਥੋਰਨਡਾਈਕ ਦੇ ਲਾਅ ਆਫ ਲਰਨਿੰਗ ਪਹਿਲਾਂ ਗੱਲ ਕਰ ਚੁੱਕੇ ਆਪਾਂ। ਰੈਡੀਨੈਸ ਐਕਸਰਸਾਈਜ਼ ਐਂਡ ਇਫੈਕਟ ਹੈਗੇ ਨੇ ਜੀ। ਡਾਇਲੈਟਿਕ ਮੈਥਡ ਆ ਜਿਹੜਾ, ਪਲੈਟੋ ਨੇ ਇਜਾਦ ਕੀਤਾ ਸੀਗਾ। ਨਰਸਰੀ ਮੈਥਡ ਆ ਜਿਹੜਾ, ਇਹ ਮਾਰੀਆ ਮੋਂਟੈਂਸਰੀ ਨੇ ਦਿੱਤਾ ਹੈ ਜੀ। ਥਿਊਰੀ ਰਿਲੇਟਡ ਟੂ ਸੈਕਸ ਇਜ਼ ਪ੍ਰੋਪਾਉਂਡਡ ਬਾਏ, ਤਾਂ ਇਹ ਸਿਗਮੰਡ ਫਰੂਡ ਨੇ ਦਿੱਤੀ ਹੈ ਜੀ। ਐਕਸ਼ਨ ਥਿਊਰੀ ਆ ਜਿਹੜੀ, ਇਹ ਵੈਬਰ ਨੇ ਦਿੱਤੀ ਹੈ। ਤਾਂ ਉਸ ਤੋਂ ਬਾਅਦ ਹੰਗਰ, ਥਰਸਟ ਐਂਡ ਸੈਕਸ, ਇਹ ਹੈਗੀਆਂ ਨੇ ਫਿਜ਼ੀਓਲੋਜੀਕਲ ਨੀਡਸ ਬੇਸਿਕ ਸਾਡੀਆਂ, ਜਿਨ੍ਹਾਂ ਦੀ ਗੱਲ ਕੀਤੀ ਸੀਗੀ ਐਬਰਾਹਿਮ ਮੈਸਲੋ ਨੇ। ਅੱਗੇ ਗੱਲ ਕਰ ਲਈਏ ਜੀ ਐਕਸ਼ਨ ਰਿਸਰਚ ਹੈ ਜਿਹੜਾ, ਇਹ ਵੀ ਕਰਟ ਲੈਵਿਨ ਨੇ ਦਿੱਤੀ ਸੀ। IEDC ਦੀ ਫੁੱਲ ਫਾਰਮ ਕੀ ਹੈ ਜੀ? ਇੰਟੀਗ੍ਰੇਟਡ ਐਜੂਕੇਸ਼ਨ ਫॉर ਡਿਸਏਬਲਡ ਚਿਲਡਰਨ। ਮਾਈਕਰੋ ਟੀਚਿੰਗ ਕਿਹਨੇ ਇਨਵੈਂਟ ਕੀਤੀ ਸੀ ਜੀ? ਡਵਿਲਾਈਟ WLN ਨੇ ਕੀਤੀ ਸੀ। ਸਾਈਕੋਲੋਜੀ ਡੀਲ ਵਿਦ ਹਿਊਮਨ ਫੀਲਿੰਗ ਦੇ ਨਾਲ ਡੀਲ ਕਰਦੀ ਹੈ, ਇਮੋਸ਼ਨਸ ਦੇ ਨਾਲ ਡੀਲ ਕਰਦੀ ਹੈ। ਸਾਈਕੋਲੋਜੀ ਸੀਕਸ ਟੂ ਸਟੱਡੀ ਆਲ ਸੋਸ਼ਲ ਐਕਟੀਵਿਟੀਜ਼ ਦੀ ਗੱਲ ਕਰਦੀ ਹੈ ਜੀ ਸਾਈਕੋਲੋਜੀ ਸਾਰੀਆਂ ਦੀ। ਐਕਸਪੈਰੀਮੈਂਟਲ ਲਰਨਿੰਗ ਕਿਹਨੇ ਦਿੱਤੀ ਸੀ? ਡੇਵਿਡ ਕੌਬ ਨੇ ਦਿੱਤੀ ਸੀ। ਗਰੋਥ ਆਫ ਦਾ ਮਾਈਂਡ ਕਿਤਾਬ ਕਿਹਨੇ ਲਿਖੀ ਹੈ ਜੀ? ਕਾਫਕਾ ਨੇ ਲਿਖੀ ਹੈ। ਤਾਂ ਲਰਨਿੰਗ ਥਰੂ ਐਕਸਪੀਰੀਅੰਸ ਜਾਂ ਲਰਨਿੰਗ ਬਾਏ ਡੂਇੰਗ ਦੀ ਗੱਲ ਜੌਨ ਡੇਵੇ ਨੇ ਕੀਤੀ ਹੈ। 3 ਡਾਇਮੈਂਸ਼ਨਲ ਥਿਊਰੀ ਇੰਟੈਲੀਜੈਂਸ ਦੀ ਗਿਲਫਰਡ ਨੇ ਦਿੱਤੀ ਹੈ ਜੀ। ਕੌਨਸੈਪਟ ਆਫ ਵਿਕੇਰੀਅਸ ਲਰਨਿੰਗ ਜਾਂ ਸੋਸ਼ਲ ਲਰਨਿੰਗ, ਇਹ ਦਿੱਤਾ ਸੀ ਐਲਬਰਟ ਬੰਦਰੂਆ ਨੇ ਦਿੱਤਾ ਸੀ ਜੀ। ਓਬਜ਼ਰਵੇਸ਼ਨਲ ਲਰਨਿੰਗ ਵੀ ਇਹਨੂੰ ਕਹਿ ਦਿੱਤਾ ਜਾਂਦਾ ਅਤੇ ਮਾਡਲਿੰਗ ਵੀ ਕਹਿ ਦਿੱਤਾ ਜਾਂਦਾ। ਸਡਨ ਡਿਵੈਲਪਮੈਂਟ ਇਨ ਐਡੋਲਸੈਂਸ ਸਟੈਨਲੇ ਹਾਲ ਨੇ ਕਿਹਾ ਸੀਗਾ ਜੀ। ਇਹਨਾਂ ਨੇ ਇਹਨੂੰ ਆਪਣੀ ਐਡੋਲਸੈਂਸ ਨੂੰ ਸਟੋਰਮ ਏਜ ਵੀ ਆਖਿਆ ਸੀਗਾ ਅਤੇ ਆਈਡੈਂਟੀਟੀ ਕ੍ਰਾਈਸਿਸ ਦਾ ਟਾਈਮ ਵੀ ਇਹਨੂੰ ਬੋਲਿਆ ਗਿਆ। ਹਾਇਰਾਰਕੀ ਆਫ ਲਰਨਿੰਗ ਗੈਗਨ ਨੇ ਦਿੱਤੀ ਹੈ ਜੀ।
social development will help in social adjustment, ability in transmitted in human by genes. The social adjustment will help in social adjustment and ability is transmitted in human by genes. ਹਾਇਰਾਰਕੀ ਆਫ ਨੀਡਸ ਇਬਰਾਹਿਮ ਮੈਸਲੋ ਨੇ ਦਿੱਤੀ ਸੀ। ਇਹ ਕੋਈ ਮਿਸ ਹੋ ਗਿਆ ਇਹਦੇ ਤੋਂ ਦੇਖ ਲਿਓ ਅੱਗੇ ਪਿੱਛੇ। ਇਹ ਇਬਰਾਹਿਮ ਮੈਸਲੋ ਨੇ ਦਿੱਤੀ ਹੋਈ ਆ ਜੀ। ਸਾਈਕੋਲੋਜੀ ਜਿਹੜਾ ਵਰਡ ਹੈ ਇਹ ਗ੍ਰੀਕ ਫਿਲੋਸਫੀ ਤੋਂ ਬਣਿਆ। ਬੇਸਿਕਲੀ ਜਿਹੜਾ ਸਾਈਕੋਲੋਜੀ ਸਬਜੈਕਟ ਹੈ ਨਿਕਲਿਆ ਵੀ ਫਿਲੋਸਫੀ ਦੇ ਵਿੱਚੋਂ ਹੀ ਹੈ। ਐਕਸ ਅਤੇ ਵਾਈ ਕ੍ਰੋਮੋਸੋਮ ਨੇ ਜਿਹੜੇ ਜੀ ਇਹ ਮੁੰਡੇ ਦੇ ਵਿੱਚ ਮਿਲਦੇ ਨੇ, ਕਿਉਂਕਿ ਕੁੜੀ ਦੇ ਵਿੱਚ ਇਕੱਲੇ ਵਾਈ ਐਕਸ ਕ੍ਰੋਮੋਸੋਮ ਹੀ ਹੁੰਦੇ ਨੇ। ਹੂ ਫਸਟ ਯੂਜ਼ ਦਾ ਵਰਡ ਮੈਂਟਲੇਜ਼ ਦਾ ਵਰਡ ਪਹਿਲੀ ਵਾਰ ਐਲਫਰਡ ਬਿਨੇ ਨੇ ਯੂਜ਼ ਕੀਤਾ ਸੀਗਾ। ਸਟਰਨ ਨੇ ਪਹਿਲੀ ਵਾਰੀ ਇੰਟੈਲੀਜੈਂਸੀ ਕੋਸ਼ੈਂਟ ਦੀ ਗੱਲ ਕੀਤੀ ਸੀ। ਜਿਹੜਾ ਫਾਰਮੂਲਾ ਯੂਜ਼ ਕੀਤਾ ਸੀਗਾ ਜੀ ਉਹ ਪਹਿਲੀ ਵਾਰੀ ਕੀਤਾ ਸੀਗਾ ਟਰਮਨ ਨੇ। ਫੈਕਟਰ ਐਨਾਲਿਸਿਸ ਸਪੀਅਰਮੈਨ ਨੇ ਦਿੱਤਾ ਸੀਗਾ ਜੀ। ਹੂ ਫਸਟ ਫਾਊਂਡ ਦਾ ਫਾਰਮੂਲਾ ਆਫ 10, ਇਹ IQ ਹੋਏਗਾ 10 ਨਹੀਂ ਹੈਗਾ ਜੀ। ਹੂ ਫਸਟ ਫਾਊਂਡ ਦਾ ਫਾਰਮੂਲਾ ਲੈਵਿਸ ਟਰਮਨ ਸੀ ਜਿਹੜਾ ਇਹਨਾਂ ਨੇ IQ ਦਾ ਫਾਰਮੂਲਾ ਦਿੱਤਾ ਸੀਗਾ। ਅਤੇ ਇਹ ਟਰਮ ਪਹਿਲੀ ਵਾਰ ਕਿਹਨੇ ਯੂਜ਼ ਕੀਤੀ ਸੀ? ਸਟਰਨ ਨੇ ਯੂਜ਼ ਕੀਤੀ ਸੀ ਪਹਿਲੀ ਵਾਰ ਜੀ। ਇਹ ਜਿਹੜੀ ਟਰਾਂਸਫਰ ਆਫ ਟ੍ਰੇਨਿੰਗ ਦੀ ਗੱਲ ਕਰਦੇ ਹਾਂ ਜਾਂ ਟਰਾਂਸਫਰ ਆਫ ਲਰਨਿੰਗ ਦੀ ਗੱਲ ਕਰਦੇ ਹਾਂ ਅਸੀਂ, ਪੋਜ਼ੀਟਿਵ ਨੈਗੇਟਿਵ ਜਾਂ ਜ਼ੀਰੋ ਟਰਾਂਸਫਰ ਆਫ ਲਰਨਿੰਗ ਹੈ, ਤਾਂ ਇਹਦੀ ਗੱਲ ਪਹਿਲੀ ਵਾਰ ਥੋਰਨਡਾਈਕ ਨੇ ਕੀਤੀ ਸੀ। ਪੋਜ਼ੀਟਿਵ ਦਾ ਮਤਲਬ ਜਿਹੜੀ ਤੁਹਾਡੀ ਪਹਿਲਾਂ ਚੀਜ਼ ਸਿੱਖੀ ਹੋਈ ਆ ਉਹ ਕਿਸੇ ਹੋਰ ਚੀਜ਼ ਨੂੰ ਸਿੱਖਣ ਦੇ ਵਿੱਚ ਸਹਾਇਤਾ ਕਰੇ। ਨੈਗੇਟਿਵ ਪਹਿਲਾਂ ਜੋ ਸਿੱਖੀ ਹੋਈ ਚੀਜ਼ ਆ ਜਿਹੜੀ ਉਹ ਅਗਲੀ ਚੀਜ਼ ਨੂੰ ਸਿੱਖਣ ਦੇ ਵਿੱਚ ਰੁਕਾਵਟ ਪੈਦਾ ਕਰੇ। ਜ਼ੀਰੋ ਜਿਹਦਾ ਕੋਈ ਵੀ ਇਫੈਕਟ ਨਾ ਹੋਵੇ ਅਗਲੀ ਚੀਜ਼ ਸਿੱਖਣ ਦੇ ਵਿੱਚ। ਤਾਂ ਪਹਿਲੀ ਲੈਬੋਰਟਰੀ ਸਾਈਕੋਲੋਜੀ ਦੀ ਕਿਹਨੇ ਖੋਲ੍ਹੀ ਸੀ? ਵਿਲੀਅਮ ਵੁੰਟ ਨੇ ਖੋਲ੍ਹੀ ਸੀ ਜੀ। IQ ਦਾ ਐਵਰੇਜ ਆ ਜਿਹੜਾ ਸਟੂਡੈਂਟ ਉਹਦਾ IQ ਲੈਵਲ ਕਿੰਨਾ ਹੁੰਦਾ? 90 ਤੋਂ 110 ਦੇ ਵਿੱਚ ਹੁੰਦਾ ਜੀ। ਥਿਊਰੀ ਜੇਕਰ ਅਸੀਂ ਐਸੋਸੀਏਸ਼ਨ ਦੀ ਥਿਊਰੀ ਦੀ ਗੱਲ ਕਰੀਏ, ਕਨੈਕਸ਼ਨਿਜ਼ਮ ਦੀ ਗੱਲ ਕਰੀਏ, ਸਟਿਮੂਲਸ ਰਿਸਪੌਂਸ ਥਿਊਰੀ ਦੀ ਗੱਲ ਕਰੀਏ, ਤਾਂ ਇਹਦੀ ਗੱਲ ਟਰਾਇਲ ਐਂਡ ਐਰਰ ਥਿਊਰੀ ਇਹ ਹੈਗੀ ਆ ਥੋਰਨਡਾਈਕ ਦੀ ਜੀ। ਡਿਡਕਟਿਵ ਰੀਜ਼ਨਿੰਗ ਦੀ ਗੱਲ ਅਸੀਂ ਪਹਿਲਾਂ ਕਰਕੇ ਗਏ ਕੀਤੀ ਸੀ ਐਰਿਸਟੋਟਲ ਨੇ। ਇੰਡਕਟਿਵ ਮੈਥਡ ਹੈ ਜਿਹੜਾ ਪ੍ਰੈਜੈਂਟ ਟਾਈਮ ਦੇ ਵਿੱਚੋਂ ਕਿਹਨੇ ਫੇਮਸ ਕੀਤਾ ਸੀਗਾ ਜੀ? ਰੋਜ਼ਰ ਬੇਕਨ ਨੇ ਕੀਤਾ ਸੀਗਾ। ਪਰਸਨੈਲਿਟੀ ਟੈਸਟ ਬਾਏ ਕੁਐਸ਼ਨੀਅਰ, ਤਾਂ ਜਿਹੜਾ ਪਰਸਨੈਲਿਟੀ ਟੈਸਟ ਬਾਏ ਕੁਐਸ਼ਨੀਅਰ ਹੈ ਇਹ ਵੁੱਡਬਰਥ ਨੇ ਦਿੱਤਾ ਸੀਗਾ ਜੀ। ਪਿਆਜੇ ਨੇ ਕਿਹਾ ਸੀ ਹਾਊ ਮੈਨੀ ਸਟੇਜਸ ਆਫ ਚਾਈਲਡ ਕੋਗਨੇਟਿਵ ਡਿਵੈਲਪਮੈਂਟ, ਤਾਂ ਜੀਨ ਪਿਆਜੇ ਨੇ 4 ਸਟੇਜਾਂ ਦਿੱਤੀਆਂ ਸੀ ਜੀ। ਲਾਅ ਆਫ ਲਰਨਿੰਗ ਥੋਰਨਡਾਈਕ ਨੇ ਦਿੱਤੇ ਸੀ ਜਿਹਨੂੰ ਪ੍ਰਾਇਮਰੀ ਲਾਅ ਵੀ ਆਖਦੇ ਹਾਂ। 3 ਲਾਅ ਆਪਾਂ ਨੇ ਪਹਿਲਾਂ ਗੱਲ ਕਰ ਚੁੱਕੇ ਹਾਂ ਇਹਦੀ ਜੀ। ਪਹਿਲਾ ਇੰਟੈਲੀਜੈਂਸ ਟੈਸਟ ਐਲਫਰਡ ਬਿਨੇ ਨੇ ਦਿੱਤਾ ਸੀ। ਜੀ ਫੈਕਟਰ ਥਿਊਰੀ ਸਪੀਅਰਮੈਨ ਨੇ ਦਿੱਤੀ ਸੀ। ਸਾਈਕੋਲੋਜੀ ਦੇ ਫਾਦਰ ਵਿਲੀਅਮ ਵੁੱਟ ਨੂੰ ਆਖਿਆ ਜਾਂਦਾ ਜੀ। ਵਾਈਗੋਸਕੀ ਨੇ ZP ਦਾ ਜਿਹੜਾ ਕਨਸੈਪਟ ਹੈ ਇਹ ਦਿੱਤਾ ਸੀਗਾ। ਐਜੂਕੇਸ਼ਨਲ ਸਾਈਕੋਲੋਜੀ ਦੇ ਫਾਦਰ ਥੋਰਨਡਾਈਕ ਨੂੰ ਆਖਿਆ ਜਾਂਦਾ। ਅਮਰੀਕਨ ਸਾਈਕੋਲੋਜੀ ਦੇ ਵਿਲੀਅਮ ਜੇਮਸ ਨੂੰ ਆਖਿਆ ਜਾਂਦਾ ਜੀ। ਸਾਈਕੋ ਅਨਾਲਿਸਿਸ ਦੇ ਸਿਗਮੰਡ ਫਰੀਡ ਨੂੰ ਆਖਿਆ ਜਾਂਦਾ। ਬਿਹੇਵੀਅਰਿਜ਼ਮ ਦੇ JB ਬਾਰਟਸਨ ਨੂੰ ਆਖਿਆ ਜਾਂਦਾ। ਅਡਲਟ ਇੰਟੈਲੀਜੈਂਸ ਟੈਸਟ ਪਹਿਲਾਂ ਕਿਹਨੇ ਬਣਾਇਆ ਸੀ? ਵੈਸ਼ਲਰ ਨੇ ਬਣਾਇਆ ਸੀਗਾ ਜੀ। ਅੱਗੇ ਹੈਰੀਡਿਟੀ ਰੇਸ਼ੀਓ ਦੀ ਗੱਲ ਪਹਿਲੀ ਵਾਰੀ ਜੈਨਸਨ ਨੇ ਕੀਤੀ ਸੀ। ਪੈਵਲੋ ਨੇ ਆਪਣਾ ਜਿਹੜਾ ਐਕਸਪੈਰੀਮੈਂਟ ਸੀਗਾ ਉਹ ਡੌਗਸ ਦੇ ਉੱਪਰ ਕੀਤਾ ਸੀ। ਸਾਈਕੋ ਸੈਕਸ਼ੂਅਲ ਕਨਸੈਪਟ ਦੀ ਗੱਲ ਸਿਗਮੰਡ ਫਰੀਡ ਨੇ ਕੀਤੀ ਸੀ ਪਹਿਲਾਂ। ਇਹ ਮੇਰੇ ਖਿਆਲ ਦੁਬਾਰਾ ਆ ਗਿਆ ਆਪਣਾ ਫਾਦਰ ਆਫ ਫੰਕਸ਼ਨਲਿਜ਼ਮ ਵਿਲੀਅਮ ਜੇਮਸ ਨੂੰ ਆਖਿਆ ਜਾਂਦਾ। ਸਟਰਕਚਰਲਿਜ਼ਮ ਦਾ ਆਖਿਆ ਜਾਂਦਾ ਜੀ ਆਪਣਾ ਵਿਲੀਅਮ ਵੁੰਟ ਨੂੰ। ਹੂ ਸੈਟ ਸਾਈਕੋਲੋਜੀ ਦਾ ਸਾਇੰਸ ਆਫ ਸਟੱਡਿੰਗ ਸੋਲ ਦੀ ਸਟੱਡੀ ਇਹ ਐਰਿਸਟੋਟਲ ਅਤੇ ਪਲੈਟੋ ਨੇ ਆਖਿਆ ਸੀਗਾ। ਗਰੁੱਪ ਫੈਕਟਰ ਥਿਊਰੀ ਥਰਸਟਨ ਨੇ ਦਿੱਤੀ ਹੈ ਜੀ। ਗਿਲਫਰਡ ਦੀ ਥਿਊਰੀ ਦਿੱਤੀ ਸੀ ਇੰਟੈਲੀਜੈਂਸ ਦੀ 3 ਡਾਇਮੈਂਸ਼ਨਲ ਦੀ ਗੱਲ ਕੀਤੀ ਸੀਗੀ। ਕਿਹਨੇ ਆਖਿਆ ਸੀਗਾ ਕਿ ਸਾਈਕੋਲੋਜੀ ਹੈ ਜਿਹੜੀ ਸਾਇੰਸ ਆਫ ਮਾਈਂਡ ਆ, ਤਾਂ ਪੰਪੋਲੋਜੀ ਨੇ ਆਖਿਆ ਸੀਗਾ ਜੀ। ਕੌਨਸ਼ੀਅਸ ਦਾ ਵਿਗਿਆਨ ਵੀ ਕਿਹਾ ਗਿਆ ਸੀਗਾ ਇਹਨੂੰ। ਗਿਫਟਡ ਚਾਈਲਡ ਦਾ IQ ਜਿਹੜਾ ਵੱਧ ਹੁੰਦਾ ਸ਼ਾਇਦ ਪਹਿਲਾਂ ਵੀ ਕਰ ਚੁੱਕੇ ਹਾਂ। ਵਿਵੇਕਾਨੰਦ ਵਾਲਾ ਵੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਇਹਦੀ ਵੀ। ਮਾਰੀਆ ਮੋਂਟੈਂਸਰ ਇਹਦੀ ਵੀ ਗੱਲ ਆਪਾਂ ਕਰ ਗਏ। ਗਸਟਾਲਟ ਪ੍ਰਿੰਸੀਪਲ ਅੱਗੇ ਪੂਰਨਤਾ ਦਾ ਸਿਧਾਂਤ ਆ ਜਿਹੜਾ ਇੱਕ ਗਸਟਾਲਟ ਇੱਕ ਬੇਸਿਕਲੀ ਫੈਮਿਲੀ ਜਾਂ ਗਰੁੱਪ ਆਫ ਸਾਈਕੋਲੋਜਿਸਟ ਕਹਿ ਸਕਦੇ ਹਾਂ ਜਿਹਦੇ ਵਿੱਚ ਮੈਕਸ ਵਰਦੀਮਰ ਹੈਗਾ ਸੀ, ਕੋਲਰ ਹੈਗਾ ਸੀ, ਕਰਟ ਲੈਵਿਨ ਹੈਗਾ ਸੀ, ਕਰਟ ਕੌਫਕਾ ਹੈਗਾ ਸੀਗਾ। ਤਾਂ ਇਹ ਜਿਹੜਾ ਫਾਦਰ ਆਫ ਗਸਟਾਲਟ ਮੰਨਿਆ ਜਾਂਦਾ ਮੈਕਸ ਵਰਦੀਮਰ ਨੂੰ ਮੰਨਿਆ ਜਾਂਦਾ ਜੀ। ਤਾਂ ਗਸਟਾਲਟ ਹੈ ਜਿਹੜਾ ਇਹ ਇੱਕ ਜਰਮਨ ਵਰਡ ਹੈ ਜਿਹਦਾ ਮਤਲਬ ਹੈਗਾ ਕਿ ਕਿਸੇ ਚੀਜ਼ ਦੀ ਵਿਸ਼ੇਸ਼ਤਾ ਦਾ ਪਤਾ ਜਿਹੜਾ ਉਹਦੇ ਸੰਪੂਰਨ ਗੁਣਾਂ ਤੋਂ ਲੱਗਦਾ। ਤਾਂ ਕਿਸੇ ਵੀ ਸਮੱਸਿਆ ਦੀ ਪੂਰੀ ਸਥਿਤੀ ਨੂੰ ਦੇਖ ਕੇ ਸਮੱਸਿਆ ਦਾ ਹੱਲ ਲੱਭਣਾ ਇਹਨਾਂ ਦਾ ਬੇਸਿਕ ਫੰਡਾਮੈਂਟਲ ਰੂਲ ਲਾ ਲਓ। ਸਮੱਸਿਆ ਦਾ ਹੱਲ ਹੈ ਜਿਹੜਾ ਅੰਤਰਦ੍ਰਿਸ਼ਟੀ ਅਤੇ ਸੂਝ ਦਾ ਪ੍ਰਯੋਗ ਕਰਨ, ਅਤੇ ਜਦੋਂ ਸੂਝ ਪੈਦਾ ਹੁੰਦੀ ਉਦੋਂ ਅਨੁਕਿਰਿਆ ਹੁੰਦੀ ਹੈ, ਇਸ ਲਈ ਇਹਨੂੰ ਸੂਝ ਦਾ ਸਿਧਾਂਤ ਜਿਹੜਾ ਉਹੀ ਆਖਿਆ ਜਾਂਦਾ। ਬੇਸਿਕਲੀ ਇਨਸਾਈਟ ਲਰਨਿੰਗ ਹੈ ਜਿਹੜੀ ਉਹ ਕੋਲਰ ਨੇ ਦਿੱਤੀ ਸੀ ਜੀ। ਇਨਸਾਈਟ ਲਰਨਿੰਗ ਤਾਂ ਉਹ ਕਹਿੰਦਾ ਸੀ ਗਿਆਨ ਹੈ ਜਿਹੜਾ ਉਹ ਕੀ ਹੈ ਅੰਦਰੋਂ ਪੈਦਾ ਹੁੰਦਾ, ਜਿਹਦੇ ਵਿੱਚ ਉਹਨੇ ਚਿਪੈਂਜੀ ਸੁਲਤਾਨ ਦੇ ਉੱਪਰ ਐਕਸਪੈਰੀਮੈਂਟਸ ਜਿਹੜੇ ਕੀਤੇ ਸੀ। ਐਕਸਪੈਰੀਮੈਂਟ ਦੇ ਵਿੱਚ ਵੀ ਉਹਨਾਂ ਨੇ ਕੀ ਕੀਤਾ ਆਪਾਂ ਜਲਦੀ ਨਾਲ ਖਤਮ ਕਰ ਲੈਂਦੇ ਕਿ ਇੱਕ ਕਮਰੇ ਦੇ
ਦੇ ਵਿੱਚ ਉਹਨਾਂ ਨੇ ਮੰਨ ਲਓ ਕੇਲੇ ਸੀ ਜਿਹੜੇ ਉੱਪਰ ਛੱਤ ਨਾਲ ਲਮਕਾ ਤੇ ਤਾਂ ਬਾਂਦਰ ਨੂੰ ਛੱਡਤਾ। ਬਾਂਦਰ ਨੂੰ ਭੁੱਖ ਲੱਗੀ ਆ, ਉਹ ਕੇਲਿਆਂ ਤੱਕ ਨਹੀਂ ਪਹੁੰਚਿਆ ਜਾ ਰਿਹਾ। ਉਸ ਤੋਂ ਬਾਅਦ ਉਹ ਬਾਕਸ ਇੰਟਰੋਡਿਊਸ ਕਰਦਾ, ਤਾਂ ਜਿਹੜਾ ਬਾਂਦਰ ਹੈ ਇੱਕ ਬਾਕਸ ਰੱਖਦਾ, ਨੀਚੇ ਉਹਦਾ ਹੱਥ ਨਹੀਂ ਜਾਂਦਾ, ਫਿਰ ਬਾਕਸ ਦੇ ਉੱਪਰ ਬਾਕਸ ਰੱਖਦਾ, ਤਾਂ ਐਵੇਂ ਕਰਕੇ ਉਹ ਕੇਲੇ ਉਤਾਰ ਲੈਂਦਾ। ਜਾਣੀ ਕਿ ਉਹਦੇ ਜਿਹੜੀ ਲਰਨਿੰਗ ਇਨਸਾਈਟ ਅੰਦਰੋਂ ਹੀ ਪੈਦਾ ਹੋਈ, ਉਹਨੂੰ ਕਿਸੇ ਨੇ ਦੱਸਿਆ ਨਹੀਂ ਸੀਗਾ ਕਿ ਤੂੰ ਡੱਬੇ ਇਕੱਠੇ ਕਰਕੇ ਉੱਪਰ ਰੱਖ ਕੇ ਉੱਪਰੋਂ ਕੇਲੇ ਆ ਜਿਹੜੇ ਉਹ ਉਤਾਰ ਸਕਦਾ। ਅੱਗੇ ਗੱਲ ਕਰ ਲਈਏ ਜੀ, ਇਬਰਾਹਿਮ ਮੈਸਲੋ ਨੇ ਦਿੱਤਾ ਸੀਗਾ ਹਿਊਮਨ ਜਿਹੜੀ ਨੀਡ ਥਿਊਰੀ ਦਿੱਤੀ ਸੀਗੀ। ਸਾਈਕੋਐਨਾਲਿਸਿਸ ਫਰਾਇਡ ਨੇ ਦਿੱਤਾ ਸੀ। ਫਰੇਮਸ ਆਫ ਮਾਈਂਡ ਇਹ ਗਾਰਡਨਰ ਨੇ ਕਿਤਾਬ ਲਿਖੀ ਸੀ ਜੀ। ਇਹ ਇੰਪੋਰਟੈਂਟ ਹੈ। ਚਾਈਲਡ ਇਜ਼ ਦਾ ਫਾਦਰ ਆਫ ਮੈਨ ਇਹ ਕਿਤਾਬ ਹੈ ਜਿਹੜੀ ਸਿਗਮੰਡ ਫਰੋਇਡ ਦੀ ਸੀ। ਇਹ ਕੋਟ ਹੈ ਜਿਹੜਾ ਉਹ ਵੀ ਬਹੁਤ ਪ੍ਰਸਿੱਧ ਹੈਗਾ ਜੀ। ਐਨੋਮੀ, ਹੀਟਰੋਨੋਮੀ, ਐਟੋਨੋਮੀ ਇਹ ਕਿਹੜੀ ਦੀ ਥਿਊਰੀ ਦਾ ਭਾਗ ਹੈ ਜੀ? ਜੀਨ ਪਿਆਜੇ ਦੀ ਥਿਊਰੀ ਦਾ ਭਾਗ ਹੈ। ਬੁੱਧੀ ਅੰਕ ਦਾ ਸਭ ਤੋਂ ਪਹਿਲਾਂ ਸਟਰਨ ਨੇ ਗੱਲ ਕੀਤੀ ਸੀ 1912 ਦੇ ਵਿੱਚ। ਫਾਰਮੂਲਾ ਸਭ ਤੋਂ ਪਹਿਲਾਂ ਦਿੱਤਾ ਸੀਗਾ ਜੀ ਟੈਰਮਨ ਨੇ 1916 ਦੇ ਵਿੱਚ। ਮਾਨਸਿਕ ਉਮਰ ਦੀ ਗੱਲ ਕੀਤੀ ਸੀ ਐਲਫਰਡ ਬਿਨੇ ਤੇ ਸਾਈਮਨ ਨੇ। ਗਰੁੱਪ ਫੈਕਟਰ ਥਿਊਰੀ ਥਰਸਟਨ ਨੇ ਦਿੱਤੀ ਸੀ ਜੀ। ਮਲਟੀ ਫੈਕਟਰ ਥਿਊਰੀ ਹੈ ਜਿਹੜੀ ਇਹ ਥੋਰਨਡਾਈਕ ਨੇ ਦਿੱਤੀ ਸੀਗੀ। ਦੋ ਪੱਖੀ ਥਿਊਰੀ ਹੈ ਜਿਹੜੀ ਜਾਂ ਟੂ ਫੈਕਟਰ ਥਿਊਰੀ ਸਪੀਅਰਮੈਨ ਦੀ ਹੈ। ਸਪੀਅਰਮੈਨ ਨੇ ਜਰਨਲ ਅਤੇ ਸਪੈਸੀਫਿਕ ਦੀ ਗੱਲ ਕੀਤੀ ਸੀ। ਅਰਲੀ ਚਾਈਲਡਹੁੱਡ ਸਟੇਜ ਨੂੰ ਟਵਾਈਸ ਵੀ ਕਹਿ ਦਿੱਤਾ ਜਾਂਦਾ, ਜਿਹਦਾ ਸਮਾਂ ਜਿਹੜਾ 3 ਤੋਂ 6 ਸਾਲ ਹੁੰਦਾ ਹੈ। ਜੀਨ ਪਿਆਜੇ ਸਵਿਟਜ਼ਰਲੈਂਡ ਦਾ ਸੀਗਾ ਜੀ। 4 ਅਵਸਥਾਵਾਂ ਦੇ ਵਿੱਚ ਆਪਦੀ ਥਿਊਰੀ ਨੂੰ ਵੰਡਿਆ। ਉਹਨਾਂ ਦਾ ਜਿਹੜਾ ਸੰਬੰਧ ਹੈਗਾ ਐਪੀਸਟੈਮੋਲੋਜੀ ਨਾਲ, ਜਾਣੀ ਕਿ ਗਿਆਨ ਮੀਮਾਂਸਾ ਦੇ ਨਾਲ ਹੈਗਾ। ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ। ਇਹਨਾਂ ਨੇ ਮਨ ਨੂੰ ਵੀ 2 ਭਾਗਾਂ ਦੇ ਵਿੱਚ ਵੰਡਿਆ ਸੀਗਾ, ਇੱਕ ਕੋਗਨੈਟਿਵ ਸਟਰਕਚਰ ਅਤੇ ਇੱਕ ਕੋਗਨੈਟਿਵ ਫੰਕਸ਼ਨ। ਤਾਂ ਜੀਨ ਪਿਆਜੇ ਦੇ ਅਨੁਸਾਰ ਇੱਕ ਬੱਚਾ ਜਿਹੜਾ ਜੀ ਉਹ ਅਰਧ ਭਾਸ਼ੀ ਕਿਹੜੀ ਸਟੇਜ 'ਚ ਹੁੰਦਾ, ਅਤੇ ਇਹ ਹੈਗਾ ਸੈਂਸਰੀ ਮੋਟਰ ਸਟੇਜ ਦੇ ਵਿੱਚ ਸਭ ਤੋਂ ਪਹਿਲੀ ਸਟੇਜ ਹੈਗੀ ਹੈ ਜੀ। ਜੀਨ ਪਿਆਜੇ ਦੀ ਕਿਹੜੀ ਸਟੇਜ ਦੇ ਵਿੱਚ ਬੱਚਾ ਰਿਵਰਸੀਬਿਲਟੀ ਸਿੱਖਦਾ। ਰਿਵਰਸੀਬਿਲਟੀ ਜਾਣੀ ਕਿ ਜਦੋਂ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਪਾਣੀ ਤੋਂ ਬਰਫ਼ ਬਣ ਸਕਦੀ ਹੈ ਅਤੇ ਬਰਫ਼ ਤੋਂ ਪਾਣੀ ਬਣ ਸਕਦਾ, ਤਾਂ ਇਹ ਸਿਧਾਂਤ ਬਾਰੇ ਉਹ ਸਿੱਖਦਾ ਜੀ ਕੰਕਰੀਟ ਆਪਰੇਸ਼ਨਲ ਸਟੇਜ ਦੇ ਵਿੱਚ। ਇਨਫੈਂਸੀ ਪੀਰੀਅਡ ਦਾ ਟਾਈਮ 0 ਤੋਂ 2 ਸਾਲ ਹੁੰਦਾ ਜੀ। ਮੋਰਲ ਜਜਮੈਂਟ ਆਫ ਦਾ ਚਾਈਲਡ ਕਿਤਾਬ ਜੀਨ ਪਿਆਜੇ ਨੇ ਲਿਖੀ ਹੈ। ਸਕੀਮਾ ਤੋਂ ਭਾਵ ਸਾਡੇ ਦਿਮਾਗ ਦੇ ਖਾਕਿਆਂ 'ਚ ਜਿਹੜੀ ਜਾਣਕਾਰੀ ਜਮ੍ਹਾਂ ਪਈ ਹੈ। ਓਬਜੈਕਟ ਪਰਮਾਨੈਂਸ ਦਾ ਮਤਲਬ ਜਦੋਂ ਚੀਜ਼ਾਂ ਨੂੰ ਤੁਹਾਨੂੰ ਪਤਾ ਲੱਗ ਜਾਂਦਾ ਨੇ ਕਿ ਇਹ ਸਥਾਈ ਹੈਗੀਆਂ ਨੇ, ਐਗਜ਼ਿਸਟੈਂਸ ਹੈਗੀ ਹੈ ਚੀਜ਼ਾਂ ਦੀ। ਐਰਿਕਸਨ ਨੇ 8 ਸਟੇਜਾਂ ਦਿੱਤੀਆਂ ਸੀ ਆਪਣੀ ਥਿਊਰੀ ਦੇ ਵਿੱਚ ਜੀ। ਸਾਈਕੋ ਸੋਸ਼ਲ ਜਿਹੜੀ ਥਿਊਰੀ ਹੈਗੀ ਸੀ ਇਹਨਾਂ ਦੇ ਜਿਹੜੀ ਵਿਸ਼ੇ 'ਤੇ ਗੱਲ ਕੀਤੀ ਹੈ, ਜਨਮ ਤੋਂ ਲੈ ਕੇ ਮੌਤ ਦੇ ਸਫ਼ਰ ਤੱਕ ਦੀ ਗੱਲ ਕੀਤੀ ਹੈ। ਵਾਈਗੋਸਕੀ ਰਸ਼ੀਆ ਦਾ ਰਹਿਣ ਵਾਲਾ ਸੀਗਾ ਜੀ। ਮਨੋ ਸਮਾਜਿਕ ਵਿਕਾਸ ਐਰਿਕਸਨ ਨੇ ਦਿੱਤਾ ਸੀ। ਸਕਿਨਰ ਅਮਰੀਕਾ ਦਾ ਸੀ ਜੀ। ਸਾਈਕੋਲੋਜੀ ਨਾਮ ਦੀ ਕਿਤਾਬ ਰੁਡੋਲਟ ਨੇ ਲਿਖੀ ਹੈ, ਰੁਡੋਲਫ ਗੋਲਕਾਏ ਨੇ। ਪੈਵਲਵ ਰਸ਼ੀਆ ਦਾ ਸੀ ਜੀ। ਕਲਾਸੀਕਲ ਅਨੁਕਰਨ, ਸ਼ਾਸਤਰੀ ਅਨੁਬੰਧਨ, ਸੰਬੰਧ ਪ੍ਰਤੀਕਿਰਿਆ, ਸੀ ਥਿਊਰੀ, ਕਲਾਸੀਕਲ ਕੰਡੀਸ਼ਨਿੰਗ ਇਹ ਸਾਰੀਆਂ ਇੱਕੋ ਥਿਊਰੀ ਦਾ ਨਾਮ ਹੈ। ਇਵੈਨ ਪਾਵਲੋ ਨੇ ਦਿੱਤੀ ਹੈ, ਫਿਜ਼ੀਓਲੋਜਿਸਟ ਹੈਗੇ ਨੇ ਰਸ਼ੀਆ ਦੇ। ਮੈਨ ਇਨ ਸੁਸਾਇਟੀ ਇਹ ਕਿਤਾਬ ਲਿਖੀ ਹੈ ਜੀ ਵਾਈਗੋਸਕੀ ਨੇ। ਇਮੈਜੀਨੇਟਿਵ ਥਿੰਕਿੰਗ, ਇਮੈਜੀਨੇਟਿਵ ਕਿ ਜੋ ਸਥਿਤੀ ਸਾਡੇ ਸਾਹਮਣੇ ਨਹੀਂ ਹੁੰਦੀ ਫਿਰ ਵੀ ਅਸੀਂ ਉਹਨਾਂ ਬਾਰੇ ਸੋਚਦੇ ਹਾਂ, ਕਲਪਨਾ ਕਰਦੇ ਹਾਂ, ਉਹਨੂੰ ਕਲਪਨਾਤਮਕ ਚਿੰਤਨ ਕਿਹਾ ਜਾਂਦਾ ਹੈ। ਡਾਈਵਰਜੈਂਟ ਥਿੰਕਿੰਗ ਹੁੰਦਾ ਕਿ ਜਦੋਂ ਤੁਸੀਂ ਕਿਸੇ ਇੱਕ ਕੰਮ ਨੂੰ ਬਹੁਤ ਤਰੀਕਿਆਂ ਦੇ ਨਾਲ ਕਰ ਸਕਦੇ ਹੋ, ਹੈ ਨਾ, ਤਾਂ ਜਿਹੜੇ ਜੀਨੀਅਸ ਬੰਦੇ, ਗਿਫਟਡ ਬੰਦੇ ਹੁੰਦੇ ਨੇ ਉਹਨਾਂ ਵਿੱਚ ਇਹ ਗੁਣ ਪਾਇਆ ਜਾਂਦਾ। ਡਾਈਵਰਜੈਂਟ ਇੱਕ ਹਾਲੀਵੁੱਡ ਮੂਵੀ ਵੀ ਬਣੀ ਹੋਈ ਹੈ ਬਹੁਤ ਸੋਹਣੀ, ਤੁਸੀਂ ਦੇਖ ਸਕਦੇ ਹੋ। ਉਹਦੇ 'ਚ ਮੋਸਟਲੀ ਇਹੋ ਜਿਹੇ ਟਾਸਕ ਦਿੱਤੇ ਜਾਂਦੇ ਨੇ ਜਿਹਦੇ 'ਚ ਹਰ ਇੱਕ ਬੰਦੇ ਨੂੰ ਬਹੁਤ ਡਿਫਰੈਂਟ ਤਰੀਕੇ ਨਾਲ ਉਹ ਕਰਨੇ ਹੁੰਦੇ ਨੇ। ਕਨਵਰਜੈਂਟ ਥਿੰਕਿੰਗ ਜਦੋਂ ਤੁਸੀਂ ਲੌਜਿਕ ਲਾ ਕੇ ਕਿਸੇ ਚੀਜ਼ ਦੇ ਉੱਤਰ ਤੱਕ ਪਹੁੰਚਦੇ ਹੋ, ਕਨਵਰਜੈਂਟ ਥਿੰਕਿੰਗ ਬੋਲਿਆ ਜਾਂਦਾ ਹੈ। ਇਹਨਾਂ ਦੋਨਾਂ ਨੂੰ ਮਿਲਾ ਕੇ ਇੱਕ ਨਵੀਂ ਥਿੰਕਿੰਗ ਦੀ ਗੱਲ ਕੀਤੀ ਗਈ ਸੀ ਜੀ, ਲੇਟਰਲ ਥਿੰਕਿੰਗ ਦੀ, ਜਦੋਂ ਡਾਈਵਰਜੈਂਟ ਥਿੰਕਿੰਗ ਅਤੇ ਕਨਵਰਜੈਂਟ ਥਿੰਕਿੰਗ ਨੂੰ ਅਸੀਂ ਮਿਲਾ ਦਿੰਦੇ ਹਾਂ। ਕ੍ਰਿਟੀਸਿਜ਼ਮ ਥਿੰਕਿੰਗ ਇਹ ਹੈਗੀ ਆ ਜਦੋਂ ਨੈਗੇਟਿਵ ਅਤੇ ਪੋਜ਼ੀਟਿਵ ਇੱਕ ਤਰ੍ਹਾਂ ਦੀ ਕ੍ਰਿਟੀਸਿਜ਼ਮ ਕਰਦੇ ਹਾਂ ਜੀ। ਸਾਈਕੋਲੋਜੀ ਦਾ ਸਭ ਤੋਂ ਪਹਿਲਾਂ ਪ੍ਰਯੋਗ 1590 ਵਿੱਚ ਰੁਡੋਲਫ ਗੋਲਕਾਏ ਨੇ ਕੀਤਾ ਸੀਗਾ। ਸਾਈਕੋਲੋਜੀ ਦੀ ਪਹਿਲੀ ਪੁਸਤਕ ਉਹ ਵੀ ਸਾਈਕੋਲੋਜੀ ਉਹਨਾਂ ਨੇ ਲਿਖੀ ਸੀ। ਇਹ ਸ਼ਬਦ ਦੀ ਉਤਪਤੀ ਸਾਈਕੋ ਪਲਸ ਲੋਗੋਸ ਗ੍ਰੀਕ ਦੇ ਵਰਡ ਨੇ ਦੋ, ਉਹਨਾਂ ਤੋਂ ਹੋਈ ਹੈ ਜੀ। ਵਿਸ਼ਵ ਦੀ ਪਹਿਲੀ ਲੈਬ ਦੀ ਪਹਿਲਾਂ ਗੱਲ ਕਰ ਚੁੱਕੇ ਹਾਂ 1879 ਦੇ ਵਿੱਚ ਵਿਲੀਅਮ ਵੁੰਟ ਨੇ ਜਰਮਨੀ ਦੇ ਵਿੱਚ ਲਾਈ ਸੀ ਜੀ, ਅਤੇ ਇਹ ਹੈਗੀ ਸੀਗੀ ਲੈਪਜ਼ਿਗ ਜਰਮਨੀ ਦੇ ਵਿੱਚ। ਵਿਸ਼ਵ ਦਾ ਪਹਿਲਾ ਬੁੱਧੀ ਪ੍ਰੀਖਣ 1905 ਦੇ ਵਿੱਚ ਵਿਨੇ ਸਾਈਮਨ ਨੇ ਦਿੱਤਾ ਸੀਗਾ ਜੀ। ਭਾਰਤ ਵਿੱਚ ਪਹਿਲਾ ਬੁੱਧੀ ਪ੍ਰੀਖਣ ਜਿਹੜਾ 1922 ਦੇ ਵਿੱਚ CH ਰਾਈਸ ਦੁਆਰਾ ਦਿੱਤਾ ਗਿਆ ਸੀਗਾ। ਐਜੂਕੇਸ਼ਨਲ ਸਾਈਕੋਲੋਜੀ ਦੇ ਫਾਦਰ ਥੋਰਨਡਾਈਕ ਪਹਿਲਾਂ ਗੱਲ ਕਰ ਚੁੱਕੇ ਹਾਂ ਜੀ। ਸੋਸ਼ਲ ਸਾਈਕੋਲੋਜੀ ਦੇ ਕਰਟ ਲੈਵਿਨ। ਦਾ ਫਾਦਰ ਆਫ ਚਾਈਲਡ ਸਾਈਕੋਲੋਜੀ ਤਾਂ ਇਹ ਹੈਗੇ ਨੇ ਜੀਨ ਪਿਆਜੇ। ਕੋਗਨੇਟਿਵ ਸਾਈਕੋਲੋਜੀ ਦੇ ਨੇਜ਼ਰ ਹੈਗੇ ਨੇ। ਅੱਗੇ ਇਹ ਦੇਖ ਲਓ ਜੀ, ਦਿਮਾਗ ਦਾ ਕਿਹੜਾ ਹਿੱਸਾ ਜਿਹੜਾ ਭਾਸ਼ਾ ਦਾ ਨਿਰਮਾਣ ਕਾਰਜ ਕਰਦਾ, ਤਾਂ ਇਹ ਹੈਗਾ ਬਰੋਕਾਜ਼ ਏਰੀਆ। ਅੱਗੇ ਦਿਮਾਗ ਦਾ ਕਿਹੜਾ ਹਿੱਸਾ ਜਿਹੜਾ ਭਾਸ਼ਾ ਸਮਝਣ ਦੇ ਵਿੱਚ ਮਹੱਤਵਪੂਰਨ ਹੈਗਾ ਜੀ, ਕੰਪਰੀਹੈਂਸ਼ਨਸ ਬਰਨਿਕਲਸ ਏਰੀਆ। ਤਾਂ ਇਹ ਦੋਨੇ ਜਿਹੜੇ ਹੈਗੇ ਨੇ ਸਾਡੇ ਬ੍ਰੇਨ ਦੇ ਲੈਫਟ ਹੈਮੀਸਫੀਅਰ ਦੇ ਵਿੱਚ ਹੁੰਦੇ ਨੇ, ਸਾਡੇ ਸੈਰੀਬਰਮ ਦੇ ਵਿੱਚ।
NCF ਦੀ ਫੁੱਲ ਫਾਰਮ ਨੈਸ਼ਨਲ ਕਰੀਕੁਲਮ ਫਰੇਮਵਰਕ 2005 ਜੀ। ASD ਦੇ ਮਤਲਬ ਆਟਿਜ਼ਮ ਸਪੈਕਟਰਮ ਡਿਸਆਰਡਰ ਡਿਵੈਲਪਮੈਂਟ ਐਂਡ ਡਿਸਆਰਡਰ ਹੈਗਾ, ਇੱਕ ਤਰ੍ਹਾਂ ਦਾ ਈਟਿੰਗ ਡਿਸਆਰਡਰ ਹੈਗੇ ਨੇ। ਐਨੋਰੈਕਸੀਆ ਨਰਵੋਸਾ ਹੈਗਾ ਜੀ, ਜਿਹਦੇ ਵਿੱਚ ਸਾਡਾ ਜਿਹੜਾ ਵਜ਼ਨ ਹੈ ਅਸੀਂ ਲੋ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਵੇਟ ਵਧਣ ਦਾ ਸਾਨੂੰ ਡਰ ਰਹਿੰਦਾ ਹੈ ਅਤੇ ਸਾਨੂੰ ਪਤਲੇ ਰਹਿਣ ਦੀ ਜਿਹੜੀ ਇੱਛਾ ਹੈ ਉਹ ਰਹਿੰਦੀ ਹੈ। ਦੂਸਰਾ ਹੁੰਦਾ ਜੀ ਬੁਲੀਮੀਆ ਨਰਵੋਸਾ। ਬੁਲੀਮੀਆ ਨਰਵੋਸਾ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਖਾਂਦੇ ਹਾਂ ਥੋੜ੍ਹੇ ਸਮੇਂ ਦੇ ਵਿੱਚ। ਕਿੰਡਰਗਾਰਟਨ ਫਰਾਈਡਰਿਚ ਫਰੋਬਲ ਨੇ ਦਿੱਤੀ ਸੀ ਜੀ, ਕਿੰਡਰਗਾਰਟਨ ਦੇ ਫਰੋਬਲ ਹੀ ਨੇਗੇ। ਡਾਲਟਨ ਮੈਥਡ ਹੈ ਜਿਹੜਾ ਹੈ ਮਿਸ ਹੈਲਨ ਪਾਕਸਟਰ ਨੇ ਦਿੱਤਾ ਸੀਗਾ ਜੀ। ਮੰਟੈਂਸਰੀ ਮੈਡਮ ਮਾਰੀਆ ਮੰਟੈਂਸਰੀ ਨੇ ਦਿੱਤੀ ਸੀਗੀ। ਐਕਸਪੋਨੈਂਟ ਆਫ ਮੰਟੈਂਸਰੀ ਮੈਥਡ ਤਾਂ ਉਹੀ ਨੇ ਜੀ। ਫਾਦਰ ਆਫ ਕੋਗਨੈਟਿਵ ਮੂਵਮੈਂਟ ਇਹਦੇ ਹੈਗੇ ਨੇ ਐਲਬਰਟ ਬੰਦੂਰਾ। ਅੱਗੇ ਗੱਲ ਕਰ ਲਈਏ ਜੀ ਗਸਟਾਲਟਵਾਦ ਦੀ ਗੱਲ ਪਹਿਲਾਂ ਕਰ ਚੁੱਕੇ ਹਾਂ। ਕੋਲਰ, ਕੌਫਕਾ, ਵਰਦੀਮਰ ਅਤੇ ਕਰਟ ਲੈਵਿਨ ਇਹਨਾਂ ਨੇ ਗੱਲ ਕੀਤੀ ਸੀਗੀ। ਸੰਰਚਨਾਵਾਦ ਜਿਹੜਾ ਹੈਗਾ ਸਟਰਕਚਰਲਿਜ਼ਮ, ਇਹਦੀ ਪਹਿਲਾਂ ਗੱਲ ਕਰ ਚੁੱਕੇ ਹਾਂ। ਵਿਲੀਅਮ ਬੋਂਟੇ ਦੇ ਫਾਦਰ ਹੈਗੇ ਨੇ। ਵਿਵਹਾਰਵਾਦ ਬਿਹੇਵੀਅਰਿਜ਼ਮ JP ਬਾਟਸਨ ਫਾਦਰ ਹੈਗੇ ਨੇ ਜੀ। ਸਾਈਕੋ ਐਨਾਲਿਸਿਸ ਸਿਗਮੰਡ ਫਰੂਇਡ ਨੇ ਦਿੱਤੀ ਹੈ। ਉਸ ਤੋਂ ਬਾਅਦ ਜਿਹੜੀ ਕੋਗਨੈਟਿਵ ਡਿਵੈਲਪਮੈਂਟ ਥਿਊਰੀ ਹੈਗੀ ਜੀ ਜੀਨ ਪਿਆਜੇ ਨੇ ਦਿੱਤੀ ਹੈ। ਕਨਸੈਪਟ ਆਫ ਸਟਰਕਚਰਲ ਲਰਨਿੰਗ ਇਹ ਜੇਰਮ ਬਰੂਨਰ ਨੇ ਗੱਲ ਕੀਤੀ ਹੈ ਜੀ ਇਹਦੀ। ਐਲਬਰਟ ਬੰਦਰਾ ਨੇ ਸੋਸ਼ਲ ਲਰਨਿੰਗ ਜਾਂ ਓਬਜ਼ਰਵੇਸ਼ਨਲ ਲਰਨਿੰਗ ਇਹਦੀ ਗੱਲ ਕੀਤੀ ਹੈ। ਸੰਬੰਧਵਾਦ ਦੀ ਗੱਲ, ਐਸੋਸੀਏਸ਼ਨ ਦੀ ਗੱਲ, ਇਹ ਰਿਲੇਸ਼ਨਸ਼ਿਪ ਦੀ ਗੱਲ ਥੋਰਨਡਾਈਕ ਨੇ ਕੀਤੀ ਹੈ ਜੀ। ਕਲਾਸੀਕਲ ਕੰਡੀਸ਼ਨਿੰਗ ਦੀ ਗੱਲ ਜਾਂ ਕਸਟਮਾਈਜ਼ਡ ਰਿਸਪੌਂਸ ਪ੍ਰਿੰਸੀਪਲ ਦੀ ਗੱਲ ਪੈਵਲੋਵ ਨੇ ਕੀਤੀ ਹੈ। ਉਸ ਤੋਂ ਬਾਅਦ ਅਪਰੈਂਟ ਕੰਡੀਸ਼ਨਿੰਗ ਹੈ ਜਿਹੜੀ, ਜਾਂ ਇਹਨੂੰ ਵਰਬੈਟਿਮ ਕੰਟਰੈਕਟ ਥਿਊਰੀ ਵੀ ਕਹਿੰਦੇ ਨੇ, ਤਾਂ ਇਹ ਸਕਿਨਰ ਨੇ ਦਿੱਤੀ ਸੀ ਜੀ। ਤਾਂ ਰੀਇਨਫੋਰਸਮੈਂਟ ਥਿਊਰੀ ਹੈ ਜਿਹੜੀ ਇਹ ਹੱਲ ਨੇ ਦਿੱਤੀ ਹੋਈ ਹੈ। ਅੱਗੇ ਜੀ ਜਨਮਜਾਤ ਵਿਆਕਰਨ ਹੈ ਜਿਹੜਾ ਬੰਦੇ ਦੇ ਅੰਦਰ ਹੁੰਦਾ ਹੈ, ਤਾਂ ਇੱਕ ਲੈਂਗੁਏਜ ਐਕੁਜੀਸ਼ਨ ਡਿਵਾਈਸ ਦੀ ਗੱਲ ਕੀਤੀ ਸੀਗੀ। ਇੱਕ ਲਿੰਗੁਇਸਟਿਕ ਨੇ ਬਹੁਤ ਤਕੜੇ ਜਿਹਨਾਂ ਦਾ ਨਾਮ ਹੈਗਾ ਨੋਮ ਚੋਮਸਕੀ, ਤਾਂ ਇਹਨਾਂ ਨੇ ਬੜਾ ਜ਼ਿਆਦਾ ਕੰਮ ਭਾਸ਼ਾ ਦੇ ਉੱਪਰ ਕੀਤਾ ਹੈ। ਤਾਂ ਲਾਅ ਆਫ ਸਰਫੇਸ ਕੀ ਹੈ ਕਿ ਭਾਸ਼ਾ ਸਿੱਖਣ ਦਾ ਪਹਿਲਾ ਸਤਰ ਜਿਹਦੇ ਵਿੱਚ ਬੱਚਾ ਬੋਲਣਾ, ਪੜ੍ਹਨਾ ਅਤੇ ਲਿਖਣਾ ਸਿੱਖਦਾ ਹੈ। ਡੀਪ ਸਰਫੇਸ ਇਹ ਸਤਰ ਵਿੱਚ ਬੱਚਾ ਜਿਹੜਾ ਅਰਥ ਸਿੱਖਣ ਦੀ ਕੋਸ਼ਿਸ਼ ਕਰਦਾ, ਆਪਣੇ ਤਰੀਕੇ ਨਾਲ ਪ੍ਰਯੋਗ ਕਰਦਾ ਹੈ। ਚੋਮਸਕੀ ਹੈ ਜਿਹੜਾ ਉਹ ਕਹਿੰਦੇ ਨੇ ਕਿ ਲਾ ਸਰਫੇਸ ਤੋਂ ਬੱਚਾ ਡੀਪ ਸਰਫੇਸ ਵੱਲ ਜਾਂਦਾ ਤਾਂ ਉਹਨੂੰ ਵੱਡੀ ਸਮੱਸਿਆ ਜਿਹੜੀ ਆਉਂਦੀ ਹੈ। ਐਨਵਾਇਰਮੈਂਟਲ ਥਿਊਰੀ ਹੈ ਜਿਹੜੀ ਜੀ ਇਹ ਸਕਿਨਰ ਦੀ ਹੈਗੀ ਹੈ। ਤਾਂ ਸਕਿਨਰ ਲੈਂਗੁਏਜ ਇਜ਼ ਨੋ, ਉਹ ਕਹਿੰਦਾ ਕਿ ਲੈਂਗੁਏਜ ਹੈ ਜਿਹੜੀ ਉਹ ਇਨਬੋਰਨ ਬੱਚੇ ਦੇ ਵਿੱਚ ਨਹੀਂ ਹੈਗੀ, ਜਦ ਕਿ ਚੋਮਸਕੀ ਕਹਿੰਦਾ ਸੀਗਾ ਕਿ ਬੱਚੇ ਦੇ ਅੰਦਰ ਯੂਨੀਵਰਸਲ ਗ੍ਰਾਮਰ ਅਤੇ ਲੈਂਗੁਏਜ ਐਕੁਜੀਸ਼ਨ ਡਿਵਾਈਸ ਹੈ ਜਿਹੜੀ ਬੱਚੇ ਦੇ ਅੰਦਰ ਹੁੰਦੀ ਹੈ। ਤਾਂ ਇਹ ਕੀ ਕਹਿੰਦੇ ਨੇ ਕਿ ਸਕਿਨਰ ਕੀ ਕਹਿੰਦਾ ਕਿ ਲੈਂਗੁਏਜ ਇਨਬੋਰਨ ਨਹੀਂ ਹੈਗੀ। ਸਕਿਨਰ ਦੁਆਰਾ ਬੱਚੇ ਨੂੰ ਹਮੇਸ਼ਾ ਉਹ ਕੀ ਕਹਿੰਦਾ ਵਾਤਾਵਰਨ ਤੋਂ ਬੱਚਾ ਜਿਹੜਾ ਉਹ ਹਮੇਸ਼ਾ ਸਿੱਖਦਾ ਰਹਿੰਦਾ। ਤਾਂ ਪਿਆਜੇ ਕੀ ਕਹਿੰਦਾ, ਪਿਆਜੇ ਕਹਿੰਦਾ ਕਿ ਭਾਸ਼ਾ ਅਤੇ ਵਿਚਾਰ ਹੈ ਜਿਹੜਾ ਉਹ ਜਨਮ ਤੋਂ ਆਪਸ ਦੇ ਵਿੱਚ ਜੁੜੇ ਹੁੰਦੇ ਨੇ। ਤਾਂ ਆਪਣੀ ਡਿਵੈਲਪਮੈਂਟ ਹੈ ਜਿਹੜੀ ਕੋਗਨੈਟਿਵ ਡਿਵੈਲਪਮੈਂਟ, ਉਹਦੇ 'ਚ ਬੱਚੇ ਆਪਣੇ ਆਪ ਤੋਂ ਸਿੱਖਦੇ ਰਹਿੰਦੇ ਨੇ ਅਤੇ ਭਾਸ਼ਾ ਪਲੱਸ ਵਿਚਾਰ ਜਨਮ ਤੋਂ ਜੁੜੇ ਹੋਏ ਨੇ। ਵਾਈਗੋਸਕੀ ਕੀ ਕਹਿੰਦਾ ਹੈ, ਉਹ ਕਹਿੰਦਾ ਕਿ ਭਾਸ਼ਾ ਦੇ ਵਿਚਾਰ ਦੋਨੇ ਅਲੱਗ-ਅਲੱਗ ਹੁੰਦੇ ਨੇ। ਬੱਚਾ ਜਦੋਂ ਕਹਿੰਦਾ 2 ਸਾਲ ਦਾ ਹੁੰਦਾ ਫਿਰ ਭਾਸ਼ਾ ਦੇ ਵਿਚਾਰ ਇਕੱਠੇ ਹੁੰਦੇ ਨੇ। ਤਾਂ ਵਾਈਗੋਸਕੀ ਦਾ ਮੇਨ ਜਿਹੜੀ ਹੈਗੀ ਆ ਸੋਸ਼ੀਓ ਕਲਚਰਲ ਥਿਊਰੀ, ਉਹ ਸੱਭਿਆਚਾਰ ਜਿਹੜਾ ਸਮਾਜ ਹੈ ਉਹਦਾ ਬਹੁਤ ਜ਼ਿਆਦਾ ਪ੍ਰਭਾਵ ਬੰਦੇ ਦੇ ਸਿੱਖਣ ਉੱਪਰ ਮੰਨਦੇ ਨੇ। ਅੱਗੇ ਪਿਆਜੇ ਕੀ ਕਹਿੰਦੇ ਨੇ ਜੀ, ਉਹਨਾਂ ਦੇ ਅਨੁਸਾਰ ਬੱਚੇ ਦਾ ਵਿਕਾਸ ਆ ਜਿਹੜਾ ਉਹ ਪਹਿਲਾਂ ਹੁੰਦਾ, ਫਿਰ ਭਾਸ਼ਾ ਦਾ ਵਿਕਾਸ ਆ ਜਿਹੜਾ ਉਹ ਬਾਅਦ ਦੇ ਵਿੱਚ ਹੁੰਦਾ। 9 ਮਹੀਨੇ ਦਾ ਬੱਚਾ ਕਿਸੇ ਸ਼ਬਦ ਨੂੰ ਜਦੋਂ ਬਾਰ-ਬਾਰ ਬੋਲਦਾ ਤਾਂ ਉਹਨੂੰ ਇਕੋਲੇਲੀਆ ਕਿਹਾ ਜਾਂਦਾ ਜੀ। ਫਾਦਰ ਆਫ ਸਾਈਕੋਲੋਜੀ ਪਹਿਲਾਂ ਗੱਲ ਕਰ ਚੁੱਕੇ ਹਾਂ। ਐਕਸਪੈਰੀਮੈਂਟ ਸਾਈਕੋਲੋਜੀ ਦੇ, ਮਾਡਰਨ ਸਾਈਕੋਲੋਜੀ ਦੇ, ਸਾਰਿਆਂ ਦੇ ਉਹੀ ਨੇ ਜੀ। ਓਪਰੈਂਟ ਕੰਡੀਸ਼ਨਿੰਗ ਦੇ ਵਿੱਚ 2 ਚੀਜ਼ਾਂ ਦੀ ਗੱਲ ਕੀਤੀ ਗਈ ਹੈ, ਰੀਇਨਫੋਰਸਮੈਂਟ ਦੀ ਅਤੇ ਪੁਨਿਸ਼ਮੈਂਟ ਦੀ। ਤਾਂ ਅੱਗੇ ਰੀਇਨਫੋਰਸਮੈਂਟ ਹੈ ਜਿਹੜੀ ਉਹ ਪੋਜ਼ੀਟਿਵ ਵੀ ਹੋ ਸਕਦੀ ਹੈ, ਨੈਗੇਟਿਵ ਵੀ ਹੋ ਸਕਦੀ ਹੈ ਜੀ। ਸੇਮ ਜਿਹੜੀ ਪੁਨਿਸ਼ਮੈਂਟ ਆ ਉਹ ਵੀ ਪੋਜ਼ੀਟਿਵ ਹੋ ਸਕਦੀ ਹੈ ਅਤੇ ਨੈਗੇਟਿਵ ਵੀ ਹੋ ਸਕਦੀ ਹੈ। ਤਾਂ ਇੱਥੇ ਥੋੜ੍ਹਾ ਦੇਖ ਲੈਂਦੇ ਹਾਂ ਜੀ ਕਿ ਪੋਜ਼ੀਟਿਵ ਰੀਇਨਫੋਰਸਮੈਂਟ ਕੀ ਹੈ, ਜਦੋਂ ਅਸੀਂ ਬੱਚੇ ਨੂੰ ਮੋਟੀਵੇਟ ਕਰਕੇ ਉਹਦਾ ਜਿਹੜੀ ਇਹ ਲਾ ਲਓ ਕਿ ਇਨਕਰੀਜ਼ ਕਰ ਰਹੇ ਹਾਂ ਨਾ, ਅਸੀਂ ਉਹਦੀ ਪਰਫੋਰਮੈਂਸ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਸੇ ਵੀ ਚੀਜ਼ ਦੇ ਵਿੱਚ। ਤਾਂ ਸੁੱਖ ਅਤੇ ਆਨੰਦਮਈ ਪਰਿਣਾਮ ਦੇਣ ਵਾਲਾ ਜਿਵੇਂ ਪੁਰਸਕਾਰ, ਪ੍ਰਸ਼ੰਸਾ ਹੈ ਨਾ, ਅਧਿਆਪਕ ਦੁਆਰਾ ਦਿੱਤੇ ਜਾਂਦੇ ਨੇ। ਨੈਗੇਟਿਵ ਰੀਇਨਫੋਰਸਮੈਂਟ ਤਾਂ ਇਹਦੇ 'ਚ ਪੋਜ਼ੀਟਿਵ ਦਾ ਮਤਲਬ ਜਦੋਂ ਅਸੀਂ ਬੱਚੇ ਦੇ ਸੁਭਾਅ ਦੇ ਵਿੱਚ ਕੋਈ ਚੀਜ਼ ਐਡ ਕਰ ਰਹੇ ਹਾਂ, ਨੈਗੇਟਿਵ ਮਤਲਬ ਜਦੋਂ ਉਹਦੇ ਸੁਭਾਅ ਦੇ ਵਿੱਚੋਂ ਕੋਈ ਚੀਜ਼ ਐਲੀਮੀਨੇਟ ਕਰ ਰਹੇ ਹਾਂ ਨਾ, ਤਾਂ ਉਹਨੂੰ ਕਹਿੰਦੇ ਹਾਂ ਅਸੀਂ। ਤਾਂ ਕਿਸੇ ਵੀ ਕਸ਼ਟ ਜਾਂ ਮੁਸ਼ਕਿਲ ਤੋਂ ਬਚਣ ਲਈ ਜਦੋਂ ਅਧਿਆਪਕ ਦੁਆਰਾ ਬੱਚੇ ਦੀ ਕਿਸੇ ਮੁਸ਼ਕਿਲ 'ਚ ਮਦਦ ਕੀਤੀ ਜਾਂਦੀ ਹੈ ਤਾਂ ਉਹਨੂੰ ਨਕਾਰਾਤਮਕ ਪੁਨਰਬਲ ਕਿਹਾ ਜਾਂਦਾ। ਤਾਂ ਇਹ ਬੱਚੇ ਦੁਆਰਾ ਵੀ ਕੀਤਾ ਜਾ ਸਕਦਾ, ਅਧਿਆਪਕ ਦੁਆਰਾ ਵੀ ਕੀਤਾ ਜਾ ਸਕਦਾ। ਇਨਸਾਈਟ ਲਰਨਿੰਗ ਦੀ ਗੱਲ ਪਹਿਲਾਂ ਅਸੀਂ ਗੱਲ ਕਰ ਚੁੱਕੇ ਹਾਂ ਜੀ, ਕੋਲਰ ਨੇ ਕੀਤੀ ਸੀਗੀ। ਮੇਜਰ ਪ੍ਰੋਜੈਕਸ਼ਨ ਮੈਥਡ ਦੇਖ ਲਈਏ ਤਾਂ ਟੈਟ ਹੈਗਾ ਜਿਹਨੂੰ ਥਮੈਟਿਕ ਐਪਰੀਸ਼ੀਏਸ਼ਨ ਟੈਸਟ ਕਹਿ ਦਿੱਤਾ ਜਾਂਦਾ, 1935 'ਚ ਬਣਿਆ ਜੀ। ਉਸ ਤੋਂ ਬਾਅਦ ਕੈਟ ਹੈਗਾ, ਕੈਟ ਦੀ ਫੁੱਲ ਫਾਰਮ ਹੈਗੇ ਜੀ ਚਾਈਲਡ ਇੰਟਰਸੈਪਸ਼ਨ ਟੈਸਟ, 1948 ਦੇ ਵਿੱਚ ਬਣਿਆ। IBT ਇੰਕ ਬਲੌਟ ਟੈਸਟ ਹੈਗਾ ਜੀ, SCT
ਸੈਂਟੈਂਸ ਕੰਪਲੀਟ ਟੈਸਟ ਹੈਗਾ, ਤਾਂ ਇਹ ਸਾਰੇ ਟੈਸਟ ਹੈਗੇ ਨੇ। ਪ੍ਰੋਜੈਕਸ਼ਨ ਮੈਥਡ ਬੋਲਿਆ ਜਾਂਦਾ ਇਹਨਾਂ ਨੂੰ ਸਾਈਕੋਲੋਜੀ ਦੇ। ਤਾਂ ਦੋਸਤੋ ਸਾਡੀ ਵੀਡੀਓ ਕਿਵੇਂ ਦੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ। ਧੰਨਵਾਦ। ਉਮੀਦ ਹੈ ਜੀ ਇਹ ਸ਼ਾਰਟ ਟਰਮਾਂ ਨੇ ਜਿਹੜੀਆਂ ਤੁਹਾਡੀ ਰਿਵੀਜ਼ਨ ਦੇ ਵਿੱਚ ਸਹਾਇਤਾ ਕਰਨਗੀਆਂ। ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ, ਅਤੇ ਕਮੈਂਟ ਕਰਕੇ ਸਾਨੂੰ ਸਾਡੀ ਵੀਡੀਓ ਬਾਰੇ ਜ਼ਰੂਰ ਦੱਸਣਾ। ਧੰਨਵਾਦ।